ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਿਗੁਰ ਕੋ ਸੁਨ ਕੈ ਸ਼ਬਦ ਕੀਨ ਕਮਾਵਨ ਜਾਏ। ਦੁਸ਼ਤਰ ਮਾਇਆ ਤੇ ਤਰੇ ਨਮਸਕਾਰ ਮਮਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ ਕੇ ਦਿਨ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਤਿਲਕ ਤੇ ਜੰਜੂ ਦੇ ਰਾਖੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਦੀਵਾਨਾਂ 'ਚ ਨਤਮਸਤਕ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਿੱਖਾਂ ਦੀ ਭਗਤਮਾਲਾ ਦੀ ਕਥਾ ਚੱਲ ਰਹੀ ਹੈ। ਗੁਰੂ ਚਰਨਾਂ ਵਿੱਚ ਜਿਹੜੇ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆ ਕੇ ਹਾਜ਼ਰ ਹੋ ਰਹੇ ਹਨ, ਜਗਿਆਸਾ ਸਹਿਤ ਜੋ ਸਵਾਲ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਨੇ, ਮਹਾਰਾਜ ਜੀ ਤਿਨਾਂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਹਨ। ਭਾਈ ਪ੍ਰਿਥੀਮਲ ਸਹਿਗਲ, ਭਾਈ ਰਾਮਾ ਡਿੱਡੀ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਆਪਣੀ ਰਸਨਾ ਤੋਂ ਕਦੇ ਅਸਤ ਨਾ ਬੋਲੇ, ਕਦੇ ਕੁਸੰਗਤ ਵਿੱਚ ਨਾ ਜਾਵੇ, ਕੁਕਰਮਾਂ ਵਾਲੇ ਪਾਸੇ ਮਨ ਨੂੰ ਨਾ ਜਾਣ ਦੇਵੇ, ਪ੍ਰੇਰ ਕੇ ਇਸ ਮਨ ਨੂੰ ਗੁਰੂ ਸ਼ਬਦ ਵਿੱਚ ਜੋੜਨਾ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਨਾ ਸਿੱਖਾਂ ਨੂੰ ਬਖਸ਼ਿਆ। ਸਤੋਗੁਣੀ ਤਪ ਦਾ ਜ਼ਿਕਰ ਕੀਤਾ। ਅਗਲਾ ਅਧਿਆਏ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ 43ਵਾਂ ਅਧਿਆਏ ਹੈ। ਮਨ ਬਿਰਤੀਆਂ ਇਕਾਗਰ ਕਰਕੇ ਮੰਗਲਾ ਚਰਨ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੰਗਲ ਹੋ ਰਿਹਾ ਹੈ। ਗੁਰੂ ਸ਼ਬਦ ਦਾ ਮਹਾਤਮ ਦੱਸ ਰਹੇ ਨੇ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਆਓ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਹਿਰਦੇ 'ਚ ਲੈਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੋ ਸੁਨ ਕੈ ਸ਼ਬਦ ਕੀਨ ਕਮਾਵਨ ਜਾਏ। ਸਤਿਗੁਰੂ ਜੀ ਦਾ ਸ਼ਬਦ ਸੁਣ ਕੇ ਜਿਨ੍ਹਾਂ ਨੇ ਕਮਾਇਆ ਹੈ,
ਪਹਿਲਾ ਪੜਾਅ ਸੁਣਨ ਦਾ, ਦੂਜਾ ਮੰਨਣ ਦਾ ਤੇ ਤੀਜਾ ਕਮਾਉਣ ਦਾ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਦਾ ਸ਼ਬਦ ਸੁਣ ਕੇ ਮੰਨ ਕੇ ਫਿਰ ਉਸ ਸ਼ਬਦ ਦੀ ਕਮਾਈ ਕੀਤੀ ਹੈ। ਦੁਸ਼ਟਰ ਮਾਇਆ ਤੇ ਤਰੇ ਨਮਸਕਾਰ ਮਮਤਾਏ। ਜਿਨ੍ਹਾਂ ਮਾਈਆਂ ਭਾਈਆਂ ਨੇ ਸਤਿਗੁਰੂ ਜੀ ਦੇ ਸ਼ਬਦ ਨੂੰ ਕਮਾਇਆ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਜਿਹਦੇ ਤੋਂ ਤਰਨਾ ਦੁਸ਼ਟਰ ਔਖਾ ਹੈ, ਇਹ ਸੰਸਾਰ ਤੋਂ ਤਰ ਗਏ ਹਨ। ਉਹ ਜਿਹੜੇ ਤਰ ਗਏ ਨੇ ਸੰਸਾਰ ਤੋਂ, ਮਹਾਕਵੀ ਜੀ ਕਹਿੰਦੇ ਮੈਂ ਉਹਨਾਂ ਸਾਰੇ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਬੰਦਨਾ ਕਰਦਾ ਹਾਂ। ਚੌਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਧੰਨ ਭਾਈ ਬਾਲਾ ਜੀ ਕਰ ਰਹੇ ਹਨ। ਕਹਿੰਦੇ ਹੈ ਗੁਰੂ ਅੰਗਦ ਸਾਹਿਬ ਜੀ ਸੁਣੋ ਕਥਾ ਗੁਰੂ ਸਾਹਿਬ ਜੀ ਦੀ। ਬੈਠੇ ਪ੍ਰਭ ਧਰਮਸਾਲ ਮਝਾਰੀ। ਨਿਤਾ ਪ੍ਰਤੀ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਬੜੀ ਸੁੰਦਰ ਧਰਮਸ਼ਾਲਾ ਬਣੀ ਹੈ, ਕਿਉਂਕਿ ਖਾਲਸਾ ਜੀ 6ਵੇਂ ਪਾਤਸ਼ਾਹ ਤੱਕ ਗੁਰੂ ਘਰਾਂ ਨੂੰ ਧਰਮਸਾਲ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਮਹਾਰਾਜ ਜੀ ਦੇ ਪਾਵਨ ਦਰਬਾਰ ਸਜ ਗਏ, ਬਣ ਗਏ, ਫਿਰ ਗੁਰੂਦੁਆਰਾ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਤੋ ਸਤਿਗੁਰੂ ਜੀ ਨੇ ਬੜੀ ਸੋਹਣੀ ਧਰਮਸ਼ਾਲਾ ਸ੍ਰੀ ਕਰਤਾਰਪੁਰ ਸਾਹਿਬ ਬਣਾਈ ਹੈ। ਨਿਤਾ ਪ੍ਰਤੀ ਉਸ ਧਰਮਸ਼ਾਲਾ ਵਿੱਚ ਸਤਿਗੁਰੂ ਜੀ ਬੈਠਦੇ ਹਨ। ਨਰ ਅਨੇਕ ਦਰਸ਼ਨ ਹਿਤ ਆਵੇ। ਅਨੇਕਾਂ ਪ੍ਰਾਣੀ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੁਰਾਡਿਓਂ ਨੇੜੇ ਤੇੜੇ ਨਗਰਾਂ ਵਿੱਚੋਂ ਚੱਲ ਕੇ ਆਉਂਦੇ ਹਨ। ਸ਼ਬਦ ਸੁਨੇ ਰਹੇ ਬਹੁਰ ਸਿਧਾਵੇ। ਆ ਕੇ ਸਤਿਗੁਰਾਂ ਦਾ ਉਪਦੇਸ਼ ਸੁਣਦੇ ਨੇ, ਸ਼ਬਦ ਸੁਣਦੇ ਨੇ, ਕੀਰਤਨ ਸੁਣਦੇ ਨੇ। ਕੁਝ ਦਿਨ ਕੁਝ ਸਮਾਂ ਸਤਿਗੁਰਾਂ ਕੋਲ ਰਹਿੰਦੇ ਹਨ ਔਰ ਪਾਤਸ਼ਾਹ ਕੋਲੋਂ ਵਿਦਾ ਹੋ ਕੇ ਵਾਪਸ ਘਰਾਂ ਨੂੰ ਜਾਂਦੇ ਹਨ। ਮਾਲੋ ਮੰਗੋ ਦ્વੈ ਸਿੱਖ ਆਏ। ਇਸੇ ਤਰ੍ਹਾਂ ਦੋ ਗੁਰੂ ਕੇ ਸਿੱਖ ਆਏ ਨੇ। ਇੱਕ ਸਿੱਖ ਦਾ ਨਾਮ ਹੈ ਭਾਈ ਮਾਲੋ ਤੇ ਦੂਸਰੇ ਸਿੱਖ ਦਾ ਨਾਮ ਹੈ ਭਾਈ ਮੰਗੋ। ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਆਪਣੀ ਵਾਰ ਵਿੱਚ। ਭਾਈ ਮਾਲੋ ਤੇ ਭਾਈ ਮੰਗੋ ਇਹ ਦੋ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ। ਚਰਨ ਕਮਲ ਪਰ ਸੀਸ ਨਿਵਾਏ। ਆ ਕੇ ਦੋਨਾਂ ਗੁਰਸਿੱਖਾਂ ਨੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਹੈ। ਹੱਥ ਬੰਦ ਅਰਦਾਸ ਬਖਾਨੀ। ਹੱਥ ਬੰਨ ਕੇ ਬੜੇ ਅਦਬ ਭਾਵ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਇਹਨਾਂ ਨੇ ਅਰਦਾਸ ਕੀਤੀ। ਕਰੋ ਕਿਰਪਾ ਸ਼੍ਰੀ ਗੁਰ ਗੁਣ ਖਾਨੀ। ਇਹ ਗੁਣਾਂ ਦੀ ਖਾਨ, ਗੁਣਾਂ ਦੇ ਸਾਗਰ ਸਤਿਗੁਰੂ ਜੀ, ਅਸੀਂ ਤੁਹਾਡੀ ਪਨਾਹ ਵਿੱਚ ਹਾਂ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ। ਨਿਜ ਮੁਖ ਸੋ ਉਪਦੇਸ਼ ਕਰੀਜੈ। ਸਾਨੂੰ ਆਪਣੇ ਪਵਿੱਤਰ ਸ੍ਰੀ ਮੁਖਾਰ ਬਿੰਦ ਤੋਂ ਉਪਦੇਸ਼ ਬਖਸ਼ੋ। ਅਸੀਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ ਕੇ ਨਵਾਜੋ। ਜੇ ਤੇ ਜਨਮ ਮਰਨ ਕੱਟ ਦੀਜੈ। ਐਸਾ ਉਪਦੇਸ਼ ਬਖਸ਼ੋ ਮਹਾਰਾਜ ਜੀ ਜਿਹਦੇ ਨਾਲ ਸਾਡਾ ਜਨਮ ਤੇ ਮਰਨ ਕੱਟਿਆ ਜਾਵੇ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆ, ਤਰਸ ਕਰਕੇ ਦਇਆ ਕਰਕੇ ਸਾਡਾ ਜਨਮ ਤੇ ਮਰਨ ਕੱਟ ਦਿਓ। ਇਉ ਸੁਨ ਜਿਨ ਕਰੁਣਾ ਰਸ ਨੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਾਲੋ ਤੇ ਭਾਈ ਮੰਗੋ ਜੀ ਦੀ ਇਹ ਬੇਨਤੀ ਸੁਣੀ, ਸਤਿਗੁਰਾਂ ਦੇ ਨੇਤਰਾਂ ਵਿੱਚ ਕਰੁਣਾ ਰਸ ਆਇਆ ਹੈ। ਆਪਣੇ ਕਰੁਣਾ ਭਰੇ ਨੇਤਰਾਂ ਨਾਲ ਗੁਰਦੇਵ ਨੇ ਆਪਣੇ ਦੋਨਾਂ ਗੁਰਸਿੱਖਾਂ ਵੱਲ ਵੇਖਿਆ। ਮਹਾਰਾਜ ਗੁਰੂ ਕਲਗੀਧਰ ਸੁਆਮੀ ਜੀ ਦੇ ਬਚਨ ਹਨ, ਕਰੁਣਾਲਿਆ ਹੈ ਅਰ ਘਾਲਿਆ ਹੈ। ਮੇਰੇ ਸਾਹਿਬ ਜੀ ਕਰੁਣਾ ਦੇ ਘਰ ਹਨ। ਕਰੁਣਾਲਿਆ, ਆਲਿਆ ਨਾਮ ਹੁੰਦਾ ਘਰ ਦਾ ਤੇ ਕਰੁਣਾ ਨਾਮ ਹੁੰਦਾ ਕਿਰਪਾ ਦਾ। ਸਤਿਗੁਰੂ ਜੀ ਕਿਰਪਾ ਦੇ ਘਰ ਹਨ।
ਮਹਾਰਾਜ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਦੋਨਾਂ ਸਿੱਖਾਂ ਵੱਲ ਵੇਖਿਆ। ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ। ਆਪਣਿਆਂ ਸਿੱਖਾਂ ਦੇ ਹਿਰਦਿਆਂ 'ਚ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਗਰੀਬ ਨਵਾਜ ਮਹਾਰਾਜ ਜੀ ਬੋਲੇ, ਅਗਨ ਤਾਪਨਾ ਜਲ ਮੈਂ ਰਹਿਨੋ। ਮਹਾਰਾਜ ਜੀ ਕਹਿਣ ਲੱਗੇ ਕਿ ਅੱਗ ਦੇ ਵਿੱਚ ਆਪਣੇ ਆਪ ਨੂੰ ਧੂਣੀਆਂ ਤਾ ਕੇ ਤਪਾਉਣਾ। ਤਪ ਹੁੰਦਾ ਨਾ, ਆਲੇ ਦੁਆਲੇ 12 ਧੂਣੀਆਂ ਲਾ ਲੈਂਦੇ ਅੱਗ ਦੀਆਂ ਜੇਠ ਹਾੜ ਦੀ ਗਰਮੀ 'ਚ, ਉਹਦੇ ਵਿੱਚ ਬਹਿ ਕੇ ਫਿਰ ਇਹ ਤਪ ਕਰਦੇ ਨੇ। ਮਹਾਰਾਜ ਜੀ ਕਹਿੰਦੇ ਧੂਣੀਆਂ ਤਾ ਕੇ ਆਲੇ ਦੁਆਲੇ ਅੱਗ ਦੇ ਵਿੱਚ ਆਪਣੇ ਆਪ ਨੂੰ ਜਲਾ ਕੇ ਤਪ ਕਰਨ ਵਾਲੇ ਜਲ ਮੈਂ ਰਹਿਨੋ। ਫਿਰ ਗਲੇ ਤਾਈਂ ਪਾਣੀ 'ਚ ਖਲੋਤੇ ਰਹਿਣਾ ਘੰਟਿਆਂ ਬੱਧੀ। ਬ੍ਰਤ ਕਰਨੋ ਸੀਤੋਸ਼ਨ ਸੈਨੋ। ਫਿਰ ਵਰਤ ਰੱਖਣੇ ਕਈ ਕਈ ਦਿਨ ਭੁੱਖੇ ਰਹਿਣਾ। ਗਰਮੀ ਤੇ ਸਰਦੀ। ਸੀਤੋਸ਼ਨ, ਸੀਤ ਨਾਮ ਠੰਡ ਦਾ ਹੈ, ਓਸ਼ ਨਾਮ ਗਰਮੀ ਦਾ ਹੈ। ਗਰਮੀ ਤੇ ਸਰਦੀ ਆਪਣੇ ਸਰੀਰ ਤੇ ਸਹਿੰਦੇ ਹਨ। ਊਰਦ ਬਾਹੂ ਅਦੋ ਸਿਰ ਕਰਨਾ। ਫਿਰ ਆਪਣੀਆਂ ਬਾਹਾਂ ਉੱਤੇ ਕਰਕੇ ਰੱਖਣੀਆਂ ਘੰਟਿਆਂ ਬੱਧੀ, ਦਿਨਾਂ ਬੱਧੀ, ਮਹੀਨਿਆਂ ਬੱਧੀ ਬਾਹਾਂ ਉੱਤੇ ਕਰਕੇ ਤਪ ਕਰਨਾ। ਜਾਂ ਫਿਰ ਸਿਰ ਪੁੱਠਾ ਲਟਕਾ ਕੇ ਦਰਖਤ ਨਾਲ ਆਪਣੇ ਆਪ ਨੂੰ ਬੰਨ੍ਹ ਲੈਣਾ ਤੇ ਪੁੱਠੇ ਲਟਕ ਕੇ ਤਪ ਕਰਨਾ। ਖਰੇ ਹੋਣ ਚਿਰ ਲੋ ਇੱਕ ਚਰਨਾ। ਇੱਕ ਲੱਤ ਦੇ ਭਾਰ ਦੇ ਉੱਤੇ ਕਈ ਕਈ ਘੰਟਿਆਂ ਤੱਕ ਖਲੋ ਕੇ ਤਪ ਕਰਨਾ। ਦੋਹਰਾ ਕੰਦ ਮੂਲ ਚੁਨ ਖਾਵਨੇ ਤੀਰਥ ਤੀਰ ਨਿਵਾਸ। ਫਿਰ ਜੰਗਲਾਂ ਵਿੱਚ ਕੰਦ ਮੂਲ ਚੁਣ ਕੇ ਖਾਣਾ ਔਰ ਤੀਰਥਾਂ ਦੇ ਕੰਢਿਆਂ ਤੇ ਤੀਰਥਾਂ ਦੇ ਕਿਨਾਰਿਆਂ ਦੇ ਉੱਤੇ ਆਪਣਾ ਨਿਵਾਸ ਰੱਖਣਾ। ਭੂਮ ਪਰਮ ਚੰਦਰਾਇਣੀ ਤਮ ਗੁਣ ਏ ਤਪ ਰਾਸ। ਫਿਰ ਜ਼ਮੀਨ ਦੇ ਉੱਤੇ ਆਸਣ ਰੱਖਣਾ ਤੇ ਜ਼ਮੀਨ ਦੇ ਉੱਤੇ ਆਸਣ ਰੱਖਣਾ ਤੇ ਫਿਰ ਧਰਤੀ ਦੇ ਉੱਤੇ ਭਰਮਣਾ। ਚੰਦਰਾਇਣੀ ਵਰਤ ਰੱਖਦੇ ਨੇ। ਮੱਸਿਆ ਤੋਂ ਪੂਰਨਮਾਸ਼ੀ ਤੱਕ ਤਿਆਗ ਕਰਦੇ ਜਾਣਾ ਅੰਨ ਪਾਣੀ ਦਾ, ਫਿਰ ਪੁੰਨਿਆ ਤੋਂ ਫਿਰ ਮੱਸਿਆ ਤੱਕ ਥੋੜਾ ਥੋੜਾ ਖਾਂਦੇ ਚਲੇ ਜਾਣਾ। ਇਹਨੂੰ ਚੰਦਰਾਇਣੀ ਵਰਤ ਕਹਿੰਦੇ ਹਨ। ਕਹਿੰਦੇ ਇਦਾਂ ਦੇ ਚੰਦਰਾਇਣੀ ਵਰਤ ਆਦਿਕ ਰੱਖਣੇ। ਚੋਪਈ ਗੋਤੇ ਮਨ ਜੋ ਇਕਾਗਰ ਕਰਨੋ। ਖਾਲਸਾ ਜੀ ਇਹਨੂੰ ਤਮੋ ਗੁਣੀ ਤਪ ਕਹਿੰਦੇ ਹਨ। ਇਹ ਤਾਮਸੀ ਤਪ ਹੈ। ਪੁੱਠੇ ਲਟਕ ਕੇ ਤਪ ਕਰਨਾ, ਅੱਗ 'ਚ ਧੂਣੀਆਂ ਤਾ ਕੇ ਤਪਣਾ, ਪਾਣੀ 'ਚ ਖਲੋ ਕੇ ਤਪ ਕਰਨਾ, ਭੁੱਖੇ ਰਹਿ ਕੇ ਤਪ ਕਰਨਾ। ਮਹਾਰਾਜ ਜੀ ਕਹਿੰਦੇ ਤਮੋ ਗੁਣੀ ਤਪ ਹੈ, ਇਹ ਤਾਮਸੀ ਤਪ ਹੈ। ਫਿਰ ਦੂਜੇ ਪਾਸੇ ਮਨ ਨੂੰ ਇਕਾਗਰ ਕਰਨਾ, ਇੰਦਰੀਆਂ ਤੋਂ ਕਾਬੂ ਕਰਨਾ, ਇੰਦਰੀਆਂ ਦੇ ਘੋੜਿਆਂ ਤੇ ਸਵਾਰ ਹੋ ਕੇ ਮਨ ਨੂੰ ਬਾਹਰ ਨਾ ਜਾਣ ਦੇਣਾ। ਇੰਦਰੀਆਂ ਵੱਲੋਂ, ਸੰਸਾਰ ਵੱਲੋਂ ਮਨ ਨੂੰ ਇਕਾਗਰ ਕਰਕੇ ਅੰਤਰਮੁਖੀ ਕਰਨਾ। ਕਥਾ ਕੀਰਤਨ ਮੈਂ ਪੁਨ ਧਰਨੋ। ਫਿਰ ਆਪਣੇ ਇਸ ਮਨ ਨੂੰ ਸਤਿਗੁਰਾਂ ਦੀ ਕਥਾ ਵਿੱਚ ਤੇ ਨਿਰੰਕਾਰ ਦੇ ਕੀਰਤਨ ਵਿੱਚ ਜੋੜਨਾ। ਕਥਾ ਔਰ ਕੀਰਤਨ ਵਿੱਚ ਆਪਣੇ ਮਨ ਨੂੰ ਲਾਉਣਾ। ਰੁਚ ਯੁਤ ਗੁਣਨ ਗਾਵਣਾ ਸੁਣਨੋ। ਔਰ ਰੁਚੀ ਸਹਿਤ ਯਾਨੀ ਕਿ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਵਣੇ ਔਰ ਪ੍ਰੇਮ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਸੁਣਨਾ। ਮਿਲ ਕੇ ਸਤ ਸੰਗਤ ਨਿਤ ਗੁਣਨੋ। ਤੇ ਸਤ ਸੰਗਤ ਵਿੱਚ ਮਿਲ ਕੇ ਗੁਣਾਂ ਦੀ ਵਿਚਾਰ ਕਰਨੀ ਕਿ ਸਤ ਕੀ ਹੈ, ਸੰਤੋ ਧੀਰ ਕੀ ਹੈ। ਸਤ ਸੰਗਤ ਵਿੱਚ ਮਿਲ ਕੇ ਗੁਣਾਂ ਦੀ ਵਿਚਾਰ ਕਰਨੀ। ਕਰਮ ਤਾਮਸੀ ਕਰਨ ਦੁਖਾਰੇ। ਖਾਲਸਾ ਜੀ ਇਹਨੂੰ ਰਾਜਸੀ ਤਪ ਕਹਿੰਦੇ ਹਨ। ਜਿਹੜਾ ਉੱਪਰ ਪਹਿਲੇ ਕਰਮ ਦੱਸੇ ਨੇ, ਜਿਹੜੇ ਤਪ ਕਰਨੇ ਧੂਣੀਆਂ ਆਦਿਕ ਤਾ ਕੇ, ਮਹਾਰਾਜ ਜੀ ਕਹਿੰਦੇ ਉਹ ਤਾਮਸੀ ਤਪ ਹੈ। ਉਹਨੂੰ ਕਰਨ 'ਚ ਬੜੀਆਂ ਤਕਲੀਫਾਂ, ਬੜੇ ਦੁੱਖ ਝੱਲਣੇ ਪੈਂਦੇ ਆ। ਸਰੀਰ ਨੂੰ ਤਪਾਉਂਦੇ ਨੇ, ਸਰੀਰ ਨੂੰ ਤੰਗ ਕਰਦੇ ਆ। ਤਮੋ ਗੁਣੀ ਤਪ ਵਿੱਚ ਸਰੀਰ ਨੂੰ ਬਹੁਤ ਜ਼ਿਆਦਾ ਦੁੱਖ ਦੇਣਾ ਪੈਂਦਾ ਹੈ। ਇਹ ਜੋ ਰਾਜਸੀ ਲਖੋ ਸੁਖਾਰੇ। ਆ ਜਿਹੜਾ ਅਸੀਂ ਦੱਸਿਆ ਵੀ ਮਨ ਇਕਾਗਰ ਕਰਨਾ, ਕਥਾ ਕੀਰਤਨ ਵਿੱਚ ਮਨ ਨੂੰ ਜੋੜਨਾ, ਸੰਗਤ ਕਰਨੀ, ਇਹ ਰਾਜਸੀ ਤਪ ਹੈ। ਮਹਾਰਾਜ ਜੀ ਕਹਿੰਦੇ ਇਹ ਕਰਨਾ ਸੁਖਾਲਾ ਹੈ। ਉੱਠੇ ਲਟਕ ਕੇ ਤਪ ਕਰਨਾ ਕਿੰਨਾ ਔਖਾ ਹੈ।
ਬਾਹਾਂ ਉੱਤੇ ਹੀ ਰੱਖਣੀਆਂ ਕਈ ਮਹੀਨਿਆਂ ਤਾਂ ਹੀ ਬਾਹਾਂ ਸੁੱਕ ਜਾਂਦੀਆਂ ਸੀ। ਇੱਕ ਬਾਂਹ ਉੱਪਰ ਕਰ ਲੈਣੀ, ਬਾਂਹ ਸੁੱਕ ਜਾਣੀ, ਉਹ ਕੰਮ ਹੀ ਨਹੀਂ ਸੀ ਕਰਦੀ। ਇਹੋ ਜੀ ਤਪੱਸਿਆ ਕਰਦੇ ਸੀ ਤਪਸਵੀ। ਮਹਾਰਾਜ ਜੀ ਕਹਿੰਦੇ ਉਹ ਤਮੋਗੁਣੀ ਤਪ ਕਰਨਾ ਬੜਾ ਔਖਾ ਹੈ, ਬੜਾ ਕਠਿਨ ਹੈ, ਪਰ ਆਹ ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਭਜਨ ਕਰਨਾ, ਸਰਲ ਤਰੀਕੇ ਨਾਲ ਸਾਧਨਾ ਕਰਨੀ, ਇਹ ਰਾਜਸੀ ਤਪ ਹੈ। ਇਹਨੂੰ ਕਰਨ ਵਿੱਚ ਓਨੀ ਕਠਿਨਾਈ ਨਹੀਂ ਜਿੰਨੀ ਤਮੋਗੁਣੀ ਤਪ ਦੇ ਵਿੱਚ ਹੈ। ਫਲ ਵਿਸ਼ਾਲੋ ਏ ਥੋਰ ਕਮਾਈ। ਮਹਾਰਾਜ ਜੀ ਕਹਿੰਦੇ ਇਹਦੇ ਚ ਮਿਹਨਤ ਥੋੜੀ ਹੈ ਪਰ ਫਲ ਬਹੁਤ ਹੈ। ਇਹਦੇ ਚ ਮਿਹਨਤ, ਉਹਦੇ ਵਿੱਚ ਤਮੋਗੁਣੀ ਤਪ ਚ ਮਿਹਨਤ ਜ਼ਿਆਦਾ ਹੈ, ਫਲ ਥੋੜਾ ਹੈ। ਪਰ ਜਿਹੜਾ ਰਜੋਗੁਣੀ ਤਪ ਹੈ, ਜਿਹੜਾ ਹੁਣ ਇਸ ਵਕਤ ਆਪ ਜੀ ਕਰ ਰਹੇ ਹੋ, ਸੰਗਤ 'ਚ ਬੈਠੇ ਕਥਾ ਸੁਣ ਰਹੇ ਹੋ, ਇਹ ਜਿਹੜਾ ਤਪ ਹੈ ਇਹਦੇ ਵਿੱਚ ਮਿਹਨਤ ਥੋੜੀ ਹੈ ਪਰ ਇਹਦਾ ਫਲ ਉਹ ਬਹੁਤਾ ਹੈ। ਤਿੰਨ ਮਿਹਨਤ ਵੱਡ ਲਘੂ ਫਲ ਪਾਈ। ਪਰ ਜਿਹੜਾ ਤਮੋਗੁਣੀ ਤਪ ਹੈ ਉਹਦੇ 'ਚ ਮਿਹਨਤ ਜ਼ਿਆਦਾ ਹੈ ਤੇ ਫਲ ਥੋੜਾ ਤੁੱਛ ਜਿਹਾ ਪ੍ਰਾਪਤ ਹੁੰਦਾ ਹੈ। ਦੋਹਰਾ ਸੁਨਤ ਪ੍ਰਸ਼ਨ ਮਾਲੋ ਕਯੋ ਫਲ ਮਿਹਨਤ ਅਨੁਸਾਰ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਭਾਈ ਮਾਲੋ ਜੀ ਬੋਲੇ, ਕਹਿਣ ਲੱਗੇ ਮਹਾਰਾਜ ਫਲ ਤਾਂ ਮਿਹਨਤ ਦੇ ਅਨੁਸਾਰ ਹੁੰਦਾ। ਜਿੰਨੀ ਕੋਈ ਵੱਧ ਮਿਹਨਤ ਕਰੇ ਉਹਨੂੰ ਵੱਧ ਫਲ ਮਿਲਦਾ, ਜਿੰਨੀ ਕੋਈ ਘੱਟ ਮਿਹਨਤ ਕਰੇ ਉਹਨੂੰ ਘੱਟ ਮਿਲਦਾ। ਗੱਲ ਤਾਂ ਇਹ ਹੈ, ਤੁਸੀਂ ਕਹਿੰਦੇ ਹੋ ਵੀ ਰਜੋਗੁਣੀ ਤਪ ਵਿੱਚ ਮਿਹਨਤ ਥੋੜੀ ਹੈ ਤੇ ਫਲ ਜ਼ਿਆਦਾ ਹੈ, ਔਰ ਤਮੋਗੁਣੀ ਤਪ ਦੇ ਵਿੱਚ ਮਿਹਨਤ ਜ਼ਿਆਦਾ ਤੇ ਫਲ ਥੋੜਾ। ਇਹ ਤਾਂ ਮਹਾਰਾਜ ਜੀ ਉਲਟੀ ਗੱਲ ਹੋ ਗਈ। ਆਮ ਕਰਕੇ ਸਮਾਜ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਮਿਹਨਤ ਦੇ ਅਨੁਸਾਰ ਫਲ ਹੁੰਦਾ, ਜਿੰਨੀ ਕੋਈ ਮਿਹਨਤ ਕਰਦਾ ਓਨਾ ਉਹਨੂੰ ਫਲ ਮਿਲਦਾ ਹੈ। ਕਰਤ ਅਲਪ ਫਲ ਅਲਪ ਹੋਏ ਬਹੁ ਕੋ ਬਹੁ ਸੁਖ ਸਾਰ। ਜਿਹੜਾ ਘੱਟ ਮਿਹਨਤ ਕਰੇ ਉਹਨੂੰ ਘੱਟ ਸੁੱਖ, ਜਿਹੜਾ ਬਹੁਤੀ ਮਿਹਨਤ ਕਰੇ ਉਹਨੂੰ ਬਹੁਤਾ ਸੁੱਖ। ਇਉਂ ਸੰਸਾਰ ਵਿੱਚ ਪ੍ਰਵਿਰਤ ਹੈ। ਚੋਪਈ ਮਿਲ ਹੈ ਫਲ ਮਿਹਨਤ ਅਨੁਸਾਰੀ। ਮਹਾਰਾਜ ਜੀ ਫਲ ਤਾਂ ਮਿਹਨਤ ਦੇ ਅਨੁਸਾਰ ਪ੍ਰਾਪਤ ਹੁੰਦਾ ਹੈ। ਪੁਨ ਤੁਮ ਪਾਖੇ ਰੀਤ ਨਿਆਰੀ। ਪਰ ਮਹਾਰਾਜ ਜੀ ਤੁਸੀਂ ਨਿਆਰੀ ਰੀਤ ਨਾਲ ਦੱਸਿਆ। ਤੁਸੀਂ ਕਹਿੰਦੇ ਹੋ ਮਿਹਨਤ ਜ਼ਿਆਦਾ ਤੇ ਫਲ ਥੋੜਾ ਹੈ। ਰਜੋਗੁਣੀ ਤਪ ਦੇ ਵਿੱਚ ਮਿਹਨਤ ਥੋੜੀ ਤੇ ਫਲ ਬਹੁਤਾ ਹੈ। ਮਹਾਰਾਜ ਜੀ ਤੁਸੀਂ ਨਿਆਰੀ ਰੀਤ ਨਾਲ ਇਹ ਗੱਲ ਦੱਸੀ ਹੈ। ਇਹ ਸੰਸਾ ਮੇਰੇ ਮਨ ਪਰੋ। ਭਾਈ ਮਾਲੋ ਜੀ ਕਹਿੰਦੇ ਸੰਸਾ ਮੇਰੇ ਮਨ ਵਿੱਚ ਆਇਆ ਹੈ ਕਿ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ, ਜਿੰਨੀ ਕੋਈ ਮਿਹਨਤ ਕਰੇ ਉਹਨੂੰ ਓਨਾ ਫਲ ਮਿਲਦਾ ਹੈ। ਕਿਰਪਾ ਤਾਰ ਜਾਂ ਕੋ ਪਰ ਹਰੋ। ਮਹਾਰਾਜ ਜੀ ਇਹ ਸੰਸਾ ਮੇਰੇ ਮਨ ਵਿੱਚ ਆਇਆ ਹੈ, ਤੁਸੀਂ ਕਿਰਪਾ ਧਾਰ ਕੇ ਰਹਿਮਤ ਕਰਕੇ ਮੇਰੇ ਮਨ ਦੇ ਇਸ ਸੰਸੇ ਨੂੰ ਨਿਵਾਰ ਦੇਵੋ। ਸਗਰੇ ਜਗਤ ਵਿਖੇ ਅਸਰੀਤਾ। ਸਾਰੇ ਸੰਸਾਰ ਵਿੱਚ ਇਹੀ ਰੀਤ ਹੈ। ਤਿਸ ਤੇ ਕਈ ਆਪ ਵਿਪਰੀਤਾ। ਆਪ ਜੀ ਨੇ ਉਹਦੇ ਤੋਂ ਵਿਪਰੀਤ ਤੇ ਉਲਟ ਦੱਸਿਆ ਹੈ। ਜਿਸ ਪ੍ਰਕਾਰ ਹੋਵੇ ਨਿਸ਼ਾ ਹਮਾਰੀ। ਮਹਾਰਾਜ ਜੀ ਜਿਸ ਪ੍ਰਕਾਰ ਨਾਲ ਸਾਡੀ ਨਿਸ਼ਾ ਹੋਵੇ, ਸਾਡੇ ਮਨ ਦੀ ਤਸੱਲੀ ਹੋਵੇ, ਸੋ ਸਮਝਾਵੋ ਰੀਤ ਸੁਖਾਰੀ। ਆਪ ਜੀ ਸੁਖਾਲੇ ਢੰਗ ਨਾਲ ਸਾਨੂੰ ਉਹ ਰੀਤ, ਉਹ ਮਰਿਆਦਾ ਦੱਸੋ। ਸ਼੍ਰੀ ਮੁਖ ਪੰਨਿਓ ਨਾ ਸੰਸੇ ਕੀਜੈ। ਸੁਣ ਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਮਾਲੋ ਇਹਦੇ ਵਿੱਚ ਸੰਸਾ ਨਾ ਕਰੋ। ਜਗ ਮੈਂ ਪ੍ਰਗਟ ਸੋ ਬਿਦ ਸੁਨ ਲੀਜੈ। ਸੰਸਾਰ ਵਿੱਚ ਇਹ ਗੱਲ ਪ੍ਰਗਟ ਹੈ, ਤੁਹਾਡਾ ਇਹ ਸੰਸਾ ਅਸੀਂ ਦੂਰ ਕਰਦੇ ਹਾਂ। ਸੰਸਾਰ ਦੇ ਵਿੱਚ ਇਹ ਸਾਰੇ ਜਗਤ ਵਿੱਚ ਪ੍ਰਗਟ ਹੈ। ਇੱਕ ਨਰ ਬਨ ਤੇ ਸਮਦਾ ਆਨੇ। ਇੱਕ ਹੈ ਗਰੀਬੜਾ ਬੰਦਾ, ਦਿਹਾੜੀਦਾਰ ਮਜ਼ਦੂਰ, ਉਹ ਜੰਗਲ 'ਚ ਜਾਂਦਾ। ਜੰਗਲ 'ਚ ਜਾ ਕੇ ਸਾਰਾ ਦਿਨ ਲੱਕੜੀਆਂ ਇਕੱਠੀਆਂ ਕਰਦਾ, ਮਿਹਨਤ ਕਿੰਨੀ ਕਰਦਾ। ਕਈ ਜੰਗਲਾਂ ਦੇ ਕੰਡੇ ਆਪਣੇ ਪੈਰਾਂ 'ਚ ਚੱਲਦਾ, ਸਾਰਾ ਦਿਨ ਗਰਮੀ ਪਸੀਨੇ 'ਚ ਰਹਿੰਦਾ। ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਕੇ ਮੰਡੀ 'ਚ ਵੇਚਦਾ ਤੇ ਉਹਨੂੰ ਮਿਲਦਾ ਕੀ ਹੈ? ਮਿਹਨਤ ਸਾਰਾ ਦਿਨ ਕੀਤੀ, ਪੱਲੇ ਕੀ ਪਿਆ? ਸ਼ਾਮ ਨੂੰ ਥੋੜੀ ਜੀ ਜਿੰਨੀ ਕੁ ਮਿਹਨਤਾਨਾ ਓਨਾ ਕੁ ਮਿਲਿਆ ਜਿੰਨੇ ਕੁ ਉਹਦਾ ਇੱਕ ਦਿਨ ਦਾ ਉਹਦੇ ਘਰ ਦਾ ਰੋਜੀ ਰੋਟੀ ਦਾ ਪ੍ਰਬੰਧ ਚੱਲਦਾ।
ਮਹਾਰਾਜ ਜੀ ਕਹਿੰਦੇ ਮਿਹਨਤ ਉਹਨੇ ਸਾਰਾ ਦਿਨ ਕੀਤੀ, ਸਾਰਾ ਦਿਨ ਲੱਕੜੀਆਂ ਕੱਟੀਆਂ, बीच बाजार करत गुजरानी। ਉਹ ਲੱਕੜੀਆਂ ਇਕੱਠੀਆਂ ਕਰਕੇ ਬਾਜ਼ਾਰ ਵਿੱਚ ਵੇਚ ਕੇ ਮਾੜਾ ਮੋਟਾ ਆਪਣਾ ਗੁਜ਼ਾਰਾ ਕਰਦਾ ਹੈ। करत मजूरी बहु श्रम पावे। ਸਾਰਾ ਦਿਨ ਮਜ਼ਦੂਰੀ ਕੀਤੀ ਤੇ ਮਜ਼ਦੂਰੀ ਕਰਕੇ ਥਕੇਵਾ ਮਿਲਿਆ, ਸਾਰਾ ਦਿਨ ਹੱਡ ਤੋੜ ਕੇ ਮਿਹਨਤ ਕੀਤੀ। इनको मूल थोर कर आवे। ਮਿਹਨਤ ਜ਼ਿਆਦਾ ਕੀਤੀ ਤੇ ਮੁੱਲ ਕਿੰਨਾ ਮਿਲਿਆ? ਥੋੜੀ ਜੀ ਦਿਹਾੜੀ ਜਿਹੜੀ ਸੀ ਉਹ ਪ੍ਰਾਪਤ ਹੋਈ। पुनजे बनज करे हटवान। ਦੂਜਾ ਇੱਕ ਸ਼ਾਹੂਕਾਰ ਹੁੰਦਾ, ਦੁਕਾਨ ਖੋਲ ਕੇ ਬਹਿ ਜਾਂਦਾ। ਉਹਨੇ ਪਰਚੂਨ ਦੀ ਦੁਕਾਨ ਖੋਲੀ ਆ, ਪਰਚੂਨ ਵਿੱਚ ਸੇਵੀਆਂ ਰੱਖੀਆਂ ਨੇ, ਆਟਾ ਰੱਖਿਆ, ਖੰਡ ਰੱਖੀ ਹੈ, ਹਲਦੀ ਰੱਖੀ ਹੈ, ਮਸਾਲੇ ਰੱਖੇ ਹੈ। ਉਹਨੇ ਦੁਕਾਨ ਖੋਲ ਲਈ ਪਰਚੂਨ ਦੀ, ਕਰਿਆਨੇ ਦੀ। ਉਹ ਦੁਕਾਨ ਖੋਲ ਕੇ ਸੇਠ ਆਪਣੀ ਗੱਦੀ ਤੇ ਬਹਿ ਜਾਂਦਾ ਹੈ। लवण तेल अन जे बिद नाना। ਉਹਦੇ ਚੋਂ ਲੂਣ, ਤੇਲ, ਕਈ ਤਰ੍ਹਾਂ ਦੇ ਅਨਾਜ, ਮਸਾਲੇ ਬੈਠਾ ਬੈਠਾ ਦੁਕਾਨ ਵਿੱਚ ਵੇਚਦਾ ਹੈ। तिन ते इनको लाभ कनेरो। ਇਹ ਦੱਸ ਵੀ ਜਿਹੜੀ ਮਿਹਨਤ ਉਹ ਲੱਕੜਹਾਰੇ ਨੇ ਕੀਤੀ, ਓਨੀ ਮਿਹਨਤ ਉਹ ਦੁਕਾਨਦਾਰ ਕਰਦਾ? ਲੱਕੜਹਾਰੇ ਨੇ ਸਾਰਾ ਦਿਨ ਹੱਡ ਭੰਨੇ, ਉਹ ਆਪਣੀ ਗੱਦੀ ਤੇ ਬੈਠਾ ਹੀ ਸਾਰਾ ਕੁਝ ਤੋਲ ਤੋਲ ਕੇ ਦੇਈ ਜਾਂਦਾ। ਉਸ ਲੱਕੜਹਾਰੇ ਨਾਲੋਂ, ਉਸ ਮਜ਼ਦੂਰ ਨਾਲੋਂ ਉਸ ਦੁਕਾਨਦਾਰ ਦੀ ਮਿਹਨਤ ਘੱਟ ਹੈ ਸਰੀਰਕ ਤੌਰ ਤੇ। ਸਰੀਰਕ ਤੌਰ ਤੇ ਮਿਹਨਤ ਘੱਟ ਹੈ, ਪਰ ਲਾਭ ਉਹਦੇ ਨਾਲੋਂ ਕਈ ਗੁਣਾ ਵੱਧ ਕਮਾ ਜਾਂਦਾ ਸ਼ਾਮ ਨੂੰ। ਹੈ ਨਾ ਮਹਾਰਾਜ ਜੀ ਕਹਿੰਦੇ ਸੰਸਾਰ ਦਾ ਪ੍ਰਤੱਖ ਵਰਤਾਰਾ ਹੈ। ਉਹਦੇ ਸਵਾਲ ਦਾ ਜਵਾਬ ਦੇ ਰਹੇ ਨੇ ਜਿਹੜਾ ਕਹਿੰਦਾ ਵੀ ਜਿੰਨੀ ਮਿਹਨਤ ਕਰੋ ਉਨਾ ਫਲ ਵੱਧ ਮਿਲਦਾ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੁੰਦਾ। ਸੰਸਾਰ ਵਿੱਚ ਇਹ ਪ੍ਰਤੱਖ ਹੈ। ਉਹਨੇ ਉਸ ਮਜ਼ਦੂਰ ਨਾਲੋਂ ਘੱਟ ਮਿਹਨਤ ਕੀਤੀ ਦੁਕਾਨਦਾਰ ਨੇ, ਪਰ ਉਹਨੂੰ ਮਿਹਨਤਾਨਾ ਜ਼ਿਆਦਾ ਮਿਲਿਆ। श्रम थोरो होए प्रगट सोहेरो। ਉਹਨੇ ਉਸ ਮਿਹਨਤ ਸਰੀਰ ਦੀ ਖੇਚਲ ਉਹਨੂੰ ਘੱਟ ਕਰਨੀ ਪਈ, ਪਰ ਫਲ ਉਸ ਮਜ਼ਦੂਰ ਨਾਲੋਂ ਵੱਧ ਮਿਲਿਆ। अपर रुपयन के व्यवहारे। ਕਿ ਹੋਰ ਵੀ ਜਿਹੜੇ ਰੁਪਈਆਂ ਦੇ ਵਿਵਹਾਰ ਹੁੰਦੇ ਨੇ, लाभ बोतले रहे सुखारे। ਉਹ ਬੈਠੇ ਬੈਠੇ ਰੁਪਈਆਂ ਦਾ ਹੀ ਵਪਾਰ ਕਰਦੇ ਨੇ, ਉਹਦੇ ਵਿੱਚੋਂ ਹੀ ਲਾਭ ਖੱਟੀ ਜਾਂਦੇ ਹਨ। एक जवाहरी सुख सो बैसे। ਮਹਾਰਾਜ ਜੀ ਕਹਿੰਦੇ ਉਸ ਦੁਕਾਨਦਾਰ ਨਾਲੋਂ ਵੀ ਘੱਟ ਮਿਹਨਤ ਕਰਦਾ ਇੱਕ ਜੌਹਰੀ। ਵਧੀਆ ਚਿੱਟੇ ਰੰਗ ਦਾ ਉਹਦਾ ਬਿਸਤਰਾ ਹੁੰਦਾ, ਉਹਦੇ ਤੇ ਬਹਿ ਜਾਂਦਾ। ਹੀਰੇ ਆਉਂਦੇ ਆ, ਹੀਰਿਆਂ ਦੀ ਪਰਖ ਕਰਦਾ, ਨਾ ਉਹਨੂੰ ਉੱਠ ਕੇ ਮਸਾਲਾ ਤੋਲਣਾ ਪੈਂਦਾ, ਨਾ ਉਹਨੂੰ ਉੱਠ ਕੇ ਕੋਈ ਹੋਰ ਮਿਹਨਤ ਦੁਕਾਨਦਾਰ ਜਿੰਨੀ ਨਹੀਂ ਕਰਨੀ ਪੈਂਦੀ। ਉਹਨੇ ਹੀਰੇ ਫੜੇ, ਹੀਰੇ ਦੀ ਪਰਖ ਕੀਤੀ, ਵੇਚਿਆ, ਖਰੀਦਿਆ। ਉਹਦੇ ਹੀਰਿਆਂ ਦੇ ਵਪਾਰ ਵਿੱਚੋਂ ਉਹਨੇ ਬਹੁਤ ਜ਼ਿਆਦਾ ਕਮਾਈ ਕੀਤੀ, ਉਹਨੀ ਦੁਕਾਨਦਾਰ ਨਹੀਂ ਕਰਦਾ। ਤੇ ਮਿਹਨਤ ਉਹਨੂੰ ਕਿੰਨੀ ਕਰਨੀ ਪਈ ਜੌਹਰੀ ਨੂੰ? ਮਿਹਨਤਾਨਾ ਤਾਂ ਥੋੜਾ ਸੀ ਨਾ, ਉਹਨੂੰ ਮਿਹਨਤ ਤਾਂ ਘੱਟ ਕਰਨੀ ਪਈ, ਸਰੀਰ ਦੀ ਖੇਚਲਾ ਘੱਟ ਕਰਨੀ ਪਈ, ਪਰ ਉਹਨੂੰ ਲਾਭ ਉਸ ਦੁਕਾਨਦਾਰ ਨਾਲੋਂ ਵੀ ਵੱਧ ਪ੍ਰਾਪਤ ਹੋਇਆ। तन को खेद देत न कैसे। ਉਹ ਤਾਂ ਥੋੜੀ ਜਿੰਨੀ ਵੀ ਖੇਦ ਨਹੀਂ ਦਿੰਦੇ, ਸਰੀਰ ਨੂੰ ਖੇਚਲਾ ਨਹੀਂ ਦਿੰਦੇ। मुक्ता हीरे बन जे सोई। ਉਹਨੇ ਬੈਠੇ ਬੈਠੇ ਨੇ ਮੋਤੀਆਂ ਤੇ ਹੀਰਿਆਂ ਦਾ ਵਪਾਰ ਕਰ ਲਿਆ, लाभ विशाल सबन ते होई। ਪਰ ਉਹਨੂੰ ਲਾਭ ਸਭ ਤੋਂ ਵੱਧ ਪ੍ਰਾਪਤ ਹੋਇਆ। तप जो तामसी श्रम बोधे ही। ਮਹਾਰਾਜ ਜੀ ਕਹਿੰਦੇ ਜਿਹੜਾ ਤਮੋ ਗੁਣੀ ਤਪ ਹੈ ਨਾ ਭਾਈ, ਮੰਨ ਲਓ ਭਾਈ ਮੰਗੋ, ਉਹਦੇ ਚ ਸਰੀਰ ਨੂੰ ਖੇਚਲ ਬਹੁਤੀ ਹੈ। ਕਦੇ ਧੂਣੀਆਂ ਚ ਤਪਾਉਣਾ, ਕਦੇ ਪੁੱਠੇ ਲਟਕਣਾ, ਕਦੇ ਪਾਣੀ ਚ ਜਲ ਧਾਰਾ ਕਰਨੀ। ਸਰੀਰ ਨੂੰ ਬਹੁਤ ਜ਼ਿਆਦਾ ਖੇਚੜਾ, ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਉਸ ਤਮੋਗੁਣੀ ਤਪ ਨਾਲ ਦਿੱਤਾ ਜਾਂਦਾ ਹੈ। ज्ञान प्राप्त होए न केही। ਮਿਲਦਾ ਕੀ ਹੈ? ਥੋੜੀ ਬਹੁਤੀ ਕਰਾਮਾਤ ਮਿਲ ਜੇਗੀ, ਅਜਮਤ ਮਿਲ ਜੇਗੀ, ਪਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਮਿਹਨਤ ਬਹੁਤ ਕੀਤੀ, ਮਿਲਿਆ ਕੀ? ਮਿਹਨਤਾਨਾ ਕੀ ਮਿਲਿਆ? ਰਿੱਧੀ ਸਿੱਧੀ ਆ ਗਈ, ਕੋਈ ਅਜਮਤ ਆ ਗਈ, ਬਸ ਇੱਥੇ ਤੱਕ ਹੀ ਰਹਿ ਗਏ। ਆਤਮ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕੇ, ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕੀ। कथा कीर्तन पढ़न सुनन ते। ਪਰ ਜਿਹੜੀ ਕਥਾ ਕਰਨੀ ਜਾਂ ਸੁਣਨੀ, ਕੀਰਤਨ ਸੁਣਨਾ, ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ,
ਕਹਿੰਦੇ ਇਹ ਜਿਹੜਾ ਹੈ ਇਹ ਰਜੋਗੁਣੀ ਤਪ ਹੈ। ਦ੍ਰਿੜ ਉਪਾਸਨਾ ਹੋਤ ਗੁਣਨ ਤੇ, ਇਹਦੇ ਨਾਲ ਹਿਰਦੇ ਵਿੱਚ ਉਪਾਸਨਾ ਦ੍ਰਿੜ ਹੁੰਦੀ ਹੈ। ਇਹ ਰਾਜਸੀ ਤਪ ਦੇ ਨਾਲ ਹਿਰਦੇ 'ਚ ਉਪਾਸਨਾ ਪਰਪੱਕ ਹੁੰਦੀ ਹੈ। ਦੋਹਰਾ ਦ੍ਰਿੜ ਉਪਾਸਨਾ ਜਬ ਪਈ, ਹੋਏ ਆਵਤ ਤਬ ਗਿਆਨ। ਜਦੋਂ ਉਪਾਸਨਾ ਦ੍ਰਿੜ ਹੁੰਦੀ ਹੈ ਨਾ, ਉਦੋਂ ਫਿਰ ਇਹਨੂੰ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਰਜੋਗੁਣੀ ਤਪ ਇਉਂ ਕਹਿ ਲੋ, ਇਹ ਜੌਹਰੀ ਦਾ ਵਪਾਰ ਹੈ, ਹੀਰਿਆਂ ਤੇ ਮੋਤੀਆਂ ਦਾ ਵਪਾਰ ਹੈ, ਜਿਹਦੇ 'ਚ ਮਿਹਨਤ ਬਿਲਕੁਲ ਥੋੜੀ ਕਰਨੀ ਪਈ, ਪਰ ਫਲ ਆਤਮ ਗਿਆਨ ਦੇ ਸਰੂਪ 'ਚ ਵਿਸ਼ਾਲ ਪ੍ਰਾਪਤ ਹੋਇਆ। ਬ੍ਰਹਮ ਗਿਆਨ ਰੂਪੀ ਕੀਮਤੀ ਰਤਨ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਕਥਾ ਕੀਰਤਨ ਕਰਦੇ ਸੁਣਦੇ ਹਨ, ਬਾਣੀ ਪੜ੍ਹਦੇ ਸੁਣਦੇ ਨੇ, ਰਜੋਗੁਣੀ ਤਪ ਹੈ। ਮਿਹਨਤ ਥੋੜੀ ਕੀਤੀ ਪਰ ਫਲ ਬਹੁਤ ਅਧਿਕ ਪ੍ਰਾਪਤ ਹੋਇਆ। ਕਿੰਨਾ ਅਧਿਕ? ਆਤਮ ਗਿਆਨ ਦੀ ਪ੍ਰਾਪਤੀ ਹੋ ਗਈ। ਜਦੋਂ ਉਪਾਸਨਾ, ਕਿਉਂਕਿ ਇਹ ਉਪਾਸਨਾ ਹੈ ਜਿਹੜੀ ਆਪ ਜੀ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਇਸ ਵੇਲੇ ਕਰ ਰਹੇ ਹਾਂ ਨਾ, ਇਹ ਕਥਾ ਹੋ ਰਹੀ ਹੈ, ਸੁਣ ਰਹੇ ਹਾਂ, ਇਹ ਉਪਾਸਨਾ ਹੈ। ਇਹ ਉਪਾਸਨਾ ਜਦੋਂ ਦ੍ਰਿੜ ਹੋ ਜਾਏਗੀ, ਪਰਪੱਕ ਹੋ ਜਾਏਗੀ ਹਿਰਦੇ 'ਚ, ਫਿਰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਚੀਜ਼ਾਂ ਨੇ, ਪਹਿਲਾ ਹੈ ਕਰਮ, ਦੂਸਰਾ ਹੈ ਉਪਾਸਨਾ ਤੇ ਤੀਸਰਾ ਹੈ ਗਿਆਨ। ਇਹਨੂੰ ਇਦਾਂ ਕਹਿੰਦੇ, ਕਰਮ ਕਾਂਡ, ਉਪਾਸਨਾ ਕਾਂਡ ਔਰ ਗਿਆਨ ਕਾਂਡ। ਕਰਮ ਕਾਂਡ, ਤੁਸੀਂ ਸਵੇਰੇ ਉੱਠੇ ਹੋ, ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕੀਤਾ, ਇਹ ਕਰਮ ਕਾਂਡ ਹੈ। ਫਿਰ ਤੁਸੀਂ ਬਹਿ ਕੇ ਨਿਤਨੇਮ ਕੀਤਾ, ਕਥਾ ਵਿੱਚ ਆ ਕੇ ਹਾਜ਼ਰੀ ਭਰੀ ਹੈ, ਕੀਰਤਨ ਸੁਣਿਆ, ਇਹ ਉਪਾਸਨਾ ਹੈ। ਉਪਾਸਨਾ ਤੋਂ ਬਾਅਦ ਜਿਵੇਂ ਜਿਵੇਂ ਉਪਾਸਨਾ ਪੱਕੇਗੀ ਹਿਰਦੇ 'ਚ, ਫਿਰ ਜਦੋਂ ਆਪਣੇ ਨਿਜ ਸਰੂਪ ਦਾ ਗਿਆਨ ਪ੍ਰਾਪਤ ਹੋਵੇਗਾ, ਉਹਨੂੰ ਕਹਿੰਦੇ ਨੇ ਗਿਆਨ ਕਾਂਡ। ਤੋ ਪਾਤਸ਼ਾਹ ਕਹਿੰਦੇ ਇਹਦੇ 'ਚ ਮਿਹਨਤ ਕਿੰਨੀ ਹੈ ਤੇ ਫਲ ਕਿੰਨਾ ਹੈ, ਹੁਣ ਤੁਸੀਂ ਆਪ ਵੇਖ ਲਓ। ਤਾਂ ਤੇ ਤਪ ਏ ਸ਼ਾਂਤ ਕੀ, ਲਾਭ ਬਹੁਤ ਪਹਿਚਾਨ। ਮਹਾਰਾਜ ਜੀ ਕਹਿੰਦੇ ਸਾਤ ਕੀ ਤਪ ਕਹਿ ਲੈ, ਇਹਦੇ 'ਚ ਬਹੁਤ ਵੱਡਾ ਲਾਭ ਹੈ, ਇਹਦੇ 'ਚ ਮੁਨਾਫਾ ਬਹੁਤ ਜ਼ਿਆਦਾ ਹੈ। ਚੋਪਈ ਇਸ ਬਿਦ ਸੁਨ ਮੰਗੋ ਗੁਰ ਬਚਨਾ। ਭਾਈ ਮਾਲੋ ਤੇ ਮੰਗੋ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਭਾਈ ਮੰਗੋ ਜੀ ਬਾਣੀ ਪੜਨ ਕੀਨ ਮਨ ਖਚਨਾ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜਨ ਵਿੱਚ ਆਪਣਾ ਮਨ ਜੋੜਿਆ। ਭਾਈ ਮਾਲੋ ਮੰਗੋ ਦੋਨਾਂ ਨੇ ਸਤਿਗੁਰੂ ਜੀ ਦੀ ਬਾਣੀ ਪੜਨ ਵਿੱਚ ਆਪਣਾ ਮਨ ਜੋੜਿਆ। ਸਨਮੁਖ ਮਾਲੋ ਸੁਨਹਿ ਤਬਈ। ਭਾਈ ਮਾਲੋ ਜੀ ਮੰਗੋ ਜੀ ਬਾਣੀ ਪੜ੍ਹਦੇ ਨੇ, ਭਾਈ ਮਾਲੋ ਜੀ ਉਹਨਾਂ ਦੇ ਸਨਮੁਖ ਬਹਿ ਕੇ ਉਹਨਾਂ ਕੋਲੋਂ ਬਾਣੀ ਸੁਣਦੇ ਨੇ। ਇੱਕ ਸਿੱਖ ਬਾਣੀ ਪੜ੍ਹਦਾ, ਦੂਜਾ ਕੋਲ ਬੈਠ ਕੇ ਸੁਣਦਾ। ਬੈਠ ਰਖੀਕ ਸੰਕੋਚੇ ਸਭਈ। ਔਰ ਬੈਠ ਕੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਦੇ ਨੇ, ਇੰਦਰੀਆਂ ਦੇ ਉੱਤੇ ਕਾਬੂ ਕਰਦੇ ਹਨ। ਮਿਲ ਕੇ ਕੀਰਤਨ ਬਹੁਰ ਉਚਰਈ। ਜਦੋਂ ਗੁਰਬਾਣੀ ਪੜ੍ਹ ਹਟਦੇ, ਦੋਵੇਂ ਬਹਿ ਕੇ ਫਿਰ ਕੀਰਤਨ ਕਰਦੇ ਸ਼ਬਦਾਂ ਦਾ। ਅੱਜ ਕੱਲ ਤਾਂ ਬਹੁਤ ਘੱਟ ਵੇਖਣ ਨੂੰ ਮਿਲਦਾ ਵੀ ਇੱਕ ਸਿੱਖ ਬਾਣੀ ਪੜ੍ਹਦਾ ਹੋਵੇ ਤੇ ਦੂਜਾ ਕੋਲ ਸੁਣਦਾ ਹੋਵੇ ਤੇ ਬਹਿ ਕੇ ਕੀਰਤਨ ਕਰਦੇ ਹੋਣ ਸ਼ਬਦਾਂ ਦਾ, ਬਹੁਤ ਘੱਟ। ਤੇ ਭਾਈ ਮਾਲੋ ਨੇ ਕੀਰਤਨ ਕਰਨਾ, ਮੰਗੋ ਨੇ ਸੁਣਨਾ ਨਾਲ। ਕਦੇ ਭਾਈ ਮੰਗੋ ਨੇ ਕੀਰਤਨ ਸੁਣਨਾ, ਦੋਵਾਂ ਨੇ ਰਲ ਕੇ ਕੀਰਤਨ ਕਰਨਾ। ਇਉਂ ਦੋਵੇਂ ਗੁਰਸਿੱਖ ਕਰਦੇ ਹਨ। ਕਰ ਇਕਾਗਰਤਾ ਮਨ ਧਰਹੀ। ਇਕਾਗਰ ਕਰਕੇ ਆਪਣੇ ਮਨ ਵਿੱਚ ਉਸ ਕੀਰਤਨ ਨੂੰ, ਸ਼ਬਦ ਨੂੰ ਵਸਾਉਂਦੇ ਨੇ। ਤਿਨ ਕੀ ਰਸਨਾ ਸਾਧ ਵਿਸਾਲਾ। ਕਹਿੰਦੇ ਉਹਨਾਂ ਦੀ ਰਸਨਾ ਤੋਂ, ਹੁਣ ਜਿਹੜਾ ਗੁਰਬਾਣੀ ਪੜ੍ਹਦੇ ਤੇ ਰਸਨਾ ਤੋਂ ਪੜ੍ਹਦਿਆਂ ਸਵਾਦ ਆਉਣ ਲੱਗਾ, ਮੁਖ ਵਿੱਚੋਂ ਹੀ ਸਵਾਦ ਆਉਣ ਲੱਗਾ। ਖਾਲਸਾ ਜੀ ਬਾਣੀ ਪੜ੍ਹਦਿਆਂ ਜਿਵੇਂ ਤੁਸੀਂ ਵੱਧ ਬਾਣੀ ਪੜ੍ਹੋਗੇ, ਸਿਮਰਨ ਰਸਨਾ ਨਾਲ ਕਰੋਗੇ ਤੇ ਮੁਖ ਵਿੱਚੋਂ ਵੀ ਸਵਾਦ ਆਉਣ ਲੱਗ ਪੈਂਦਾ, ਇਸ ਮੁਖ ਚੋਂ ਸੁਗੰਧੀ ਆਉਣ ਲੱਗ ਪੈਂਦੀ। ਹਾਂਜੀ। ਸੁਨਤ ਪ੍ਰੇਮ ਜਾਗੇ ਤਤਕਾਲਾ। ਔਰ ਪ੍ਰੇਮ ਸੁਣ ਕੇ ਉਸੇ ਵੇਲੇ ਕਹਿੰਦੇ ਜਾਗ ਪੈਂਦੇ ਅੰਮ੍ਰਿਤ ਵੇਲੇ। ਜਿਵੇਂ ਜਿਵੇਂ ਸੁਣਦਾ, ਇਹਨਾਂ ਦੀ ਰਸਨਾ ਵਿੱਚ ਇਹੋ ਜਿਹਾ ਰਸ ਆ ਗਿਆ ਵੀ ਜਦੋਂ ਇਹ ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਜਿਹੜਾ ਕੋਈ ਸੁਣਦਾ ਇਹਨਾਂ ਦੇ ਕੋਲੋਂ, ਉਹਦੇ ਅੰਦਰ ਵੀ ਪ੍ਰੇਮ ਜਾਗ ਪੈਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਰਸਨਾ ਦੇ ਵਿੱਚ ਮਹਾਰਾਜ ਜੀ ਦੀ ਕਲਾ ਵਰਤ ਗਈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਰਸਨਾ ਵਿੱਚ
ਇਹੋ ਜੀ ਕਲਾ ਸ਼ਬਦ ਦੀ ਵਰਤ ਗਈ ਵੀ ਜਦੋਂ ਇਹ ਬੋਲਦੇ ਨੇ, ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਜਿਹੜਾ ਕੋਈ ਮਾਈ ਭਾਈ ਸੁਣਦਾ ਹੈ ਉਹਦੇ ਅੰਦਰ ਵੀ ਪ੍ਰੇਮ ਉਪਜ ਆਉਂਦਾ ਹੈ। ਦੋਹਰਾ ਜੋ ਜੋ ਸਿੱਖ ਤਿਨ ਤੇ ਸੁਨਤ ਤਿਆਗੇ ਬ੍ਰਿੰਦ ਬਿਕਾਰ। ਜਿਹੜਾ ਜਿਹੜਾ ਕੋਈ ਸਿੱਖ ਭਾਈ ਮਾਲੋ ਮੰਗੋ ਜੀ ਦੇ ਪਾਸੋਂ ਕੀਰਤਨ ਸੁਣਦਾ ਹੈ, ਗੁਰਬਾਣੀ ਸੁਣਦਾ ਹੈ ਜਾਂ ਕਥਾ ਸੁਣਦਾ ਹੈ, ਉਹ ਸੁਣ ਕੇ ਆਪਣੇ ਹਿਰਦੇ ਦੇ ਵਿਕਾਰ ਤਜ ਦਿੰਦੇ ਨੇ। ਖਾਲਸਾ ਜੀ, ਅਸੀਂ ਅਕਸਰ ਕਹਿੰਦੇ ਆ ਵੀ ਫਲਾਣਾ ਗੁਰਮੁਖ ਪਿਆਰਾ ਕੀਰਤਨ ਕਰੇ ਤੇ ਰਸ ਆਉਂਦਾ ਹੈ, ਫਲਾਣਾ ਕਥਾਕਾਰ ਕਥਾ ਕਰੇ ਤੇ ਰਸ ਆਉਂਦਾ ਹੈ। ਇਹਦਾ ਕੀ ਮਤਲਬ ਹੈ ਕਿ ਇੱਕ ਕਰਦਾ ਨਹੀਂ ਆਉਂਦਾ, ਇੱਕ ਕਰਦਾ ਤੇ ਆਉਂਦਾ ਹੈ ਰਸ, ਇੱਕ ਨਾ ਦੇ ਕਹਿਣ ਕਰਨ ਤੇ ਨਹੀਂ ਆਉਂਦਾ। ਇਹ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਲਾ, ਜਿਹਦੇ ਅੰਦਰ ਵਰਤਦੀ ਹੈ ਉਹਦੀ ਕਥਾ ਕੀਰਤਨ ਚ ਰਸ ਵਰਤਣ ਲੱਗ ਪੈਂਦਾ। ਸਤਿ ਸ੍ਰੀ ਅਕਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਕਲਾ ਵਰਤੀ ਹੈ ਭਾਈ ਮਾਲੋ ਮੰਗੋ ਦੇ ਹਿਰਦੇ 'ਚ। ਹੁਣ ਜਦੋਂ ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਜਿਹੜਾ ਸੁਣਦਾ ਹੈ ਉਹਦੇ ਅੰਦਰ ਵੀ ਪ੍ਰੇਮ ਜਾਗ ਆਉਂਦਾ ਹੈ ਔਰ ਉਹਦੇ ਹਿਰਦੇ 'ਚੋਂ ਵਿਕਾਰ ਛੁੱਟ ਜਾਂਦੇ ਹਨ। ਧਰਮ ਕ੍ਰਿਤ ਕਰ ਕੈ ਵੰਡ ਕੈ ਅਚਵੇਂ ਬੋਰ ਆਹਾਰ। ਤੇਰੇ ਧਰਮ ਦੀ ਕਿਰਤ ਕਰਦੇ ਨੇ, ਧਰਮ ਦੀ ਕਿਰਤ ਕਰਕੇ ਛਕਦੇ ਨੇ ਤੇ ਵੰਡ ਕੇ ਛਕਦੇ ਨੇ। ਗੁਰੂ ਸਾਹਿਬ ਦਾ ਹੁਕਮ ਸੀ ਕਿ ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਭਜਨ ਵੀ ਕਰਦੇ ਨੇ, ਧਰਮ ਦੀ ਕਿਰਤ ਵੀ ਕਰਦੇ ਨੇ ਤੇ ਵੰਡ ਕੇ ਛਕਦੇ ਹਨ। ਚੌਪਈ ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ। ਜਿਹੜਾ ਕੋਈ ਸਿੱਖ, ਜਿਹੜਾ ਕੋਈ ਸੰਤ, ਜਿਹੜਾ ਕੋਈ ਮਹਾਤਮਾ, ਜਿਹੜਾ ਕੋਈ ਰਾਹਗੀਰ ਮੁਸਾਫਰ ਭਾਈ ਮਾਲੋ ਤੇ ਮੰਗੋ ਦੇ ਡੇਰੇ ਤੇ ਜਾਂਦਾ ਹੈ, ਸੇਵਾ ਕਰਹੀਂ ਪਾਉ ਕਨੇਰੇ। ਭਾਈ ਮਾਲੋ ਮੰਗੋ ਆਏ ਹੋਏ ਸਿੱਖਾਂ ਸੰਤਾਂ ਦੀ ਸੇਵਾ ਕਰਦੇ। ਇਹਨਾਂ ਨੇ ਘਰ ਆਪਣਾ ਜਿੱਥੇ ਰਹਿੰਦੇ ਨੇ ਦੋਵੇਂ, ਕੋਈ ਆਉਂਦੇ ਜਾਂਦੇ ਮੁਸਾਫਰ ਆਉਂਦੇ ਨੇ, ਰਾਹਗੀਰ ਆਉਂਦੇ, ਕਦੇ ਸਿੱਖ ਆਉਂਦੇ, ਸੰਤ ਆਉਂਦੇ, ਉਹਨਾਂ ਦੀ ਇਹ ਸੇਵਾ ਟਹਿਲ ਕਰਦੇ ਹਨ। ਤਿਨ ਕੇ ਸਦਨ ਦੇਸ਼ ਜਿਸ ਮਾਈ। ਕਹਿੰਦੇ ਤਿਨਾਂ ਦੇ ਸਦਨ ਵਿੱਚ ਜਾਂ ਉਸ ਦੇ ਦੇਸ਼ ਵਿੱਚ ਪਾ ਉਧਾਰ ਬੋ ਨਰਨ ਤਹਾਹੀ। ਕਹਿੰਦੇ ਬਹੁਤੇ ਨਰਾਂ ਦਾ ਉਧਾਰ ਹੋ ਗਿਆ। ਭਾਈ ਮਾਲੋ ਮੰਗੋ ਦੀ ਸੰਗਤ ਕਰਕੇ ਕਈ ਮੁਕਤ ਹੋ ਗਏ, ਕਈਆਂ ਦਾ ਉਧਾਰ ਹੋ ਗਿਆ। ਜਬ ਜਬ ਆਵੇਂ ਦਰਸ਼ਨ ਹੀਤਾ। ਜਦੋਂ ਜਦੋਂ ਵੀ ਇਹ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ, ਸ਼ਬਦ ਪੜਤ ਨਰ ਬ੍ਰਿੰਦ ਸਮੇਤਾ। ਨਾਲ ਸੰਗਤ ਲੈ ਕੇ ਆਉਂਦੇ, ਉਹਨਾਂ ਨਾਲ ਸ਼ਬਦ ਦਾ ਕੀਰਤਨ ਕਰਦੇ ਆਉਂਦੇ ਰਸਤੇ 'ਚ। ਜਦੋਂ ਆਉਂਦੇ ਤੇ ਸ਼ਬਦ ਪੜ੍ਹਦੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਆ ਕੇ ਕੀਰਤਨ ਕਰਦੇ ਹਨ। ਪਵ ਬੰਧਨ ਤੇ ਹੋਏ ਨਿਰਾਰੇ। ਸੰਗੀ ਅਪਰ ਅਨੇਕ ਉਦਾਰੇ। ਅਨੇਕਾਂ ਦੇ ਭਾਵ ਬੰਧਨ ਕੱਟੇ ਗਏ ਤੇ ਭਾਵ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਅਨੇਕਾਂ ਮਾਈ ਭਾਈ ਮੁਕਤ ਹੋ ਗਏ। ਆਪ ਤਾਂ ਤਰੇ ਹੀ ਭਾਈ ਮਾਲੋ ਤੇ ਮੰਗੋ, ਆਪਣੇ ਨਾਲ ਅਨੇਕਾਂ ਦਾ ਪਾਰ ਉਤਾਰਾ ਕੀਤਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਪਤਾ ਨਹੀਂ ਹੋਰ ਕਿਤਨੀ ਲੁਕਾਈ ਉਹਨਾਂ ਨਾਲ ਛੁੱਟ ਜਾਂਦੀ ਹੈ ਜਿਹੜੇ ਨਾਮ ਦੀ ਕਮਾਈ ਕਰਦੇ ਨੇ। ਤੋ ਆਪ ਤਾਂ ਇਹ ਤਰੇ ਹੀ, ਭਾਈ ਬਾਲਾ ਜੀ ਕਥਾ ਸੁਣਾਉਂਦੇ ਕਿ ਆਪ ਤਾਂ ਇਹ ਤਰੇ ਹੀ, ਆਪਣੇ ਨਾਲ ਹੋਰ ਵੀ ਕਈਆਂ ਦਾ ਪਾਰ ਉਤਾਰਾ ਕੀਤਾ। ਇੱਕ ਕਾਲੂ ਖੱਤਰੀ ਧਰ ਆਸਾ। ਇਸੇ ਤਰ੍ਹਾਂ ਇੱਕ ਗੁਰਸਿੱਖ ਹੈ, ਇਹਦਾ ਨਾਮ ਹੈ ਭਾਈ ਕਾਲੂ। ਇਹ ਖੱਤਰੀ ਵਰਣ ਦਾ ਧਾਰਨੀ ਹੈ। ਮਿਲਿਓ ਆਏ ਸ਼੍ਰੀ ਨਾਨਕ ਪਾਸਾ। ਮਨ 'ਚ ਆਸਾ ਰੱਖ ਕੇ ਭਾਈ ਕਾਲੂ ਜੀ
ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲਿਆ, ਸਤਿਗੁਰਾਂ ਦੇ ਦਰਸ਼ਨ ਕੀਤੇ। ਦ્વੈ ਕਰ ਜੋਰ ਬੰਦਨਾ ਠਾਨੀ। ਭਾਈ ਕਾਲੂ ਨੇ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੰਦਨਾ ਕੀਤੀ। ਬੈਠ ਸਮੀਪ ਪਨੀ ਪੁਨ ਬਾਨੀ। ਸਤਿਗੁਰੂ ਜੀ ਦੇ ਪਾਸ ਬੈਠ ਕੇ ਬੜੇ ਸਨਿਮਰ ਭਾਵ ਨਾਲ ਇਹਨੇ ਬੇਨਤੀ ਕੀਤੀ। ਸਨਮੁਖ ਮਨਮੁਖ ਲੱਛਣ ਜੇਈ। ਮਹਾਰਾਜ ਜੀ ਇੱਕ ਸਨਮੁਖ ਹੁੰਦੇ ਨੇ ਤੇ ਇੱਕ ਮਨਮੁਖ ਹੁੰਦੇ ਨੇ। ਸਨਮੁਖਾਂ ਦੇ ਲੱਛਣ ਕੀ ਨੇ ਤੇ ਮਨਮੁਖਾਂ ਦੇ ਲੱਛਣ ਕੀ ਹਨ? ਕਰੁਣਾ ਕਰੋ ਉਚਾਰੋ ਤੇਈ। ਇਹ ਗਰੀਬ ਨਵਾਜ ਆਪ ਦੀ ਕਿਰਪਾ ਕਰਕੇ ਸਨਮੁਖ ਤੇ ਮਨਮੁਖ ਦੇ ਲੱਛਣ ਸਾਨੂੰ ਦੱਸੋ। ਸੁਨ ਕੇ ਸ੍ਰੀ ਗੁਰ ਗਿਰਾ ਅਲਾਈ। ਭਾਈ ਕਾਲੂ ਜੀ ਦੀ ਬੇਨਤੀ ਸੁਣ ਕੇ ਗਰੀਬ ਨਵਾਜ ਸਤਿਗੁਰੂ ਜੀ ਬੋਲੇ। ਕਲ ਮਲ ਤੇ ਜਿਨ ਕੰਡ ਫਿਰਾਈ। ਮਹਾਰਾਜ ਜੀ ਕਹਿੰਦੇ ਭਾਈ ਕਾਲੂ, ਜਿਨ੍ਹਾਂ ਨੇ ਸੰਸਾਰ ਦੇ ਪਾਪਾਂ ਤੋਂ, ਜਿਹੜੇ ਕਲਯੁਗ ਦੇ ਪਾਪ ਨੇ, ਉਹਨਾਂ ਪਾਪਾਂ ਤੋਂ ਆਪਣਾ ਮੂੰਹ ਫੇਰ ਲਿਆ, ਯਾਨੀ ਕਿ ਪਾਪਾਂ ਵੱਲ ਆਪਣੀ ਕੰਡ ਕਰ ਲਈ ਹੈ, ਪਿੱਠ ਕਰ ਲਈ ਹੈ। ਸੁਕ੍ਰਿਤ ਸਮੂਹੇ ਸਾਖੀ ਬ੍ਰਿਤ ਕੋ। ਔਰ ਚੰਗੇ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਨੇ ਔਰ ਆਪਣੀ ਬਿਰਤੀ ਦੇ ਸਾਖੀ ਬਣ ਗਏ ਨੇ। ਸੁਨੇ ਸ਼ਬਦ ਗੁਰ ਥਿਤ ਕਰ ਚਿਤ ਕੋ। ਔਰ ਆਪਣਾ ਮਨ ਇਕਾਗਰ ਕਰਕੇ ਗੁਰੂ ਦਾ ਸ਼ਬਦ ਸੁਣਦੇ ਨੇ। ਆਪਣਾ ਮਨ ਇਕਾਗਰ ਕਰਕੇ ਗੁਰੂ ਕੇ ਸ਼ਬਦ ਨੂੰ ਸੁਣਦੇ ਹਨ। ਲੱਛਣ ਚਤਰ ਅਪਰ ਹੈ ਜੋਏ। ਮਹਾਰਾਜ ਜੀ ਕਹਿੰਦੇ ਇਹਦੇ ਤੋਂ ਛੁੱਟ ਹੋਰ 4 ਲੱਛਣ ਨੇ। ਇਹ ਸਨਮੁਖ ਦੇ ਲੱਛਣ ਦੱਸ ਰਹੇ ਨੇ ਮਹਾਰਾਜ, ਕਿ ਜਿਹੜਾ ਸਨਮੁਖ ਹੈ ਨਾ, ਉਹ ਮਾੜੇ ਕਰਮਾਂ ਤੋਂ ਆਪਣੀ ਪਿੱਠ ਕਰ ਲੈਂਦਾ। ਜਿੱਥੇ ਉਹ ਮਾੜੇ ਕਰਮਾਂ ਤੋਂ ਆਪਣੀ ਪਿੱਠ ਕਰਦਾ ਤੇ ਚੰਗੇ ਕੰਮਾਂ ਵੱਲ ਮੁਖ ਕਰ ਲੈਂਦਾ। ਇਹਦੇ ਤੋਂ ਇਲਾਵਾ 4 ਹੋਰ ਨੇ ਉਹਦੇ ਲੱਛਣ, ਉਹ ਵੀ ਸੁਣੋ ਕਿਹੜੇ ਕਿਹੜੇ ਹਨ। ਸੁਨੋ ਪ੍ਰੀਤ ਕਰ ਉਚਰੇ ਸੋਏ। ਮਹਾਰਾਜ ਜੀ ਕਹਿੰਦੇ ਅਸੀਂ ਦੱਸਦੇ ਆ 4 ਲੱਛਣ ਸਨਮੁਖ ਦੇ, ਤੇ ਤੁਸੀਂ ਪ੍ਰੇਮ ਨਾਲ ਪ੍ਰੀਤ ਸਹਿਤ ਸਰਵਣ ਕਰੋ। ਦੋਹਰਾ ਮੈਤ੍ਰਿਯ ਕਰੁਣਾ ਦ્વੈ ਲਖੋ ਮੁੱਦਤ ਤੀਜੀ ਜਾਨ। ਮਹਾਰਾਜ ਜੀ ਕਹਿੰਦੇ ਪਹਿਲਾ ਲੱਛਣ ਹੈ ਮੈਤ੍ਰਿਯ, ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ। ਦੂਜੀ ਹੈ ਕਰੁਣਾ, ਕਿਰਪਾ ਰੱਖਣੀ। ਇਹ 2। ਤੇ ਤੀਸਰੀ ਹੈ ਮੁੱਦਤਾ, ਕਿਸੇ ਪਰਾਏ ਦੀ ਖੁਸ਼ੀ ਵੇਖ ਕੇ ਖੁਸ਼ ਹੋ ਜਾਣਾ, ਪਰਾਏ ਦਾ ਦੁੱਖ ਵੇਖ ਕੇ ਦੁਖੀ ਹੋਣਾ, ਪਰਾਏ ਦੀ ਖੁਸ਼ੀ ਵੇਖ ਕੇ ਖੁਸ਼ੀ ਹੋਣੀ। ਇਹਨੂੰ ਮੁੱਦਤਾ ਕਹਿੰਦੇ। ਤੀਸਰਾ ਲੱਛਣ ਹੈ ਚਤਰ ਉਪੇਖਿਆ ਜਿਸ ਵਿਖੇ ਸਨਮੁਖ ਸੇ ਪਹਿਚਾਨ। ਔਰ ਚੌਥੀ ਹੈ ਉਪੇਖਿਆ। ਇਹ 4 ਲੱਛਣ ਨੇ ਸਨਮੁਖ ਦੇ। ਜਿਹੜਾ ਸਨਮੁਖ ਸਿੱਖ ਹੈ ਉਹਦੇ 'ਚ 4 ਮੁੱਖ ਲੱਛਣ ਹਨ। ਚੌਪਈ ਕਾਲੂ ਕਯੋ ਨ ਜਾਣਿਓ ਜਾਈ। ਭਾਈ ਕਾਲੂ ਜੀ ਕਹਿੰਦੇ ਮਹਾਰਾਜ ਮੈਤਰੀ, ਕਰੁਣਾ, ਮੁੱਦਤਾ ਤੇ ਉਪੇਖਿਆ, ਜਿਹੜੇ 4 ਗੁਣ ਤੁਸੀਂ ਦੱਸੇ ਨੇ, ਕਿਰਪਾ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਇਹਦਾ, ਕਿਉਂਕਿ ਇਹਦੇ ਅੱਖਰੀ ਅਰਥ ਤਾਂ ਹੁਣ ਤੁਸੀਂ ਕਰੋਗੇ ਤਾਂ ਹੀ ਪਤਾ ਲੱਗੇ ਨਾ। ਮੈਤਰੀ ਕਿਹਨੂੰ ਕਹਿੰਦੇ ਆ, ਕਰੁਣਾ ਕਿਹਨੂੰ ਕਹਿੰਦੇ ਆ, ਉਪੇਖਿਆ ਕਿਹਨੂੰ ਕਹਿੰਦੇ ਆ, ਮੁੱਦਤਾ ਕਿਹਨੂੰ ਕਹਿੰਦੇ ਆ। ਮਹਾਰਾਜ ਜੀ ਨਾਲ 4 ਬਾਰੇ ਆਪ ਦੀ ਕਿਰਪਾ ਕਰਕੇ ਦੱਸੋ। ਅਰਥ ਖੋਲ ਦੀ ਜੇ ਸਮਝਾਈ। ਆਪ ਦੀ ਇਹਦੇ ਅਰਥ ਖੋਲ ਕੇ ਮੈਨੂੰ ਸਮਝਾ ਦਿਓ। ਸੁਨ ਸ਼੍ਰੀ ਮੁਖ ਸੋ ਬਚਨੀ ਅਲਾਇਆ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਮੈਤਰੀ ਅਰਥ ਮੀਤ ਸਮੁਦਾਇਆ। ਮਹਾਰਾਜ ਜੀ ਕਹਿੰਦੇ ਮੈਤਰੀ ਦਾ ਅਰਥ ਇਹ ਹੈ ਕਿ ਸਭ ਨੂੰ ਆਪਣਾ ਮਿੱਤਰ ਕਰਕੇ ਵੇਖਣਾ, ਸਭ ਨੂੰ ਆਪਣਾ ਮਿੱਤਰ ਕਰਕੇ ਵੇਖਣਾ ਕਿ ਕੋਈ ਦੁਸ਼ਮਣ ਨਹੀਂ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ। ਨਾ ਅਸੀਂ ਕਿਸੇ ਦੇ ਬੈਰੀ ਹਾਂ ਤੇ ਨਾ ਕੋਈ ਸਾਡਾ ਦੁਸ਼ਮਣ। ਇਹਨੂੰ ਮੈਤਰੀ ਦਾ ਭਾਵ ਕਹਿੰਦੇ। ਖਾਲਸਾ ਜੀ, ਬੜਾ ਸ਼ੁਭ ਗੁਣ ਹੈ ਇਹ ਮੈਤਰੀ ਦਾ ਭਾਵ। ਦੁਸ਼ਮਣੀ ਦੀ ਬਿਰਤੀ ਜਦੋਂ ਕਿਸੇ ਪ੍ਰਤੀ ਹਿਰਦੇ ਚ ਆਉਂਦੀ ਹੈ, ਉਹਦੇ ਨਾਲ ਹਿਰਦਾ ਕ੍ਰਿਜਦਾ ਤੇ ਚਿੰਤਤ ਰਹਿੰਦਾ।
ਦਿਨ ਰਾਤ ਉਸ ਦੁਸ਼ਮਣ ਦਾ ਖਿਆਲ ਹਿਰਦੇ 'ਚ ਬਣਿਆ ਰਹਿੰਦਾ। ਮੈਤਰੀ ਭਾਵ 'ਚ ਵੀ ਸਾਰੇ ਹੀ ਮਿੱਤਰ ਨੇ। ਜਦੋਂ ਆਪਣੇ ਹਿਰਦੇ 'ਚ ਕਿਸੇ ਪ੍ਰਤੀ ਵੈਰ ਭਾਵਨਾ ਰੱਖਾਂਗੇ, ਫਿਰ ਜਿਹੜੇ ਸੰਸਾਰ ਦੇ ਬੰਦੇ ਵੈਰ ਕਰਦੇ ਵੀ ਨੇ ਉਹ ਵੀ ਵੈਰੀ ਨਜ਼ਰ ਨਹੀਂ ਆਉਂਦੇ, ਉਹ ਵੀ ਵੈਰੀ ਨਹੀਂ ਦਿਸਦੇ। ਮਹਾਤਮਾ ਬੁੱਧ ਟੁਰੇ ਜਾਂਦੇ ਤੇ ਰਸਤੇ 'ਚ ਇੱਕ ਕੁੱਤਾ ਉਹਨਾਂ ਨੂੰ ਪੈ ਗਿਆ। ਕੁੱਤੇ ਨੇ ਦੰਦ ਪਸਾਰੇ ਹੋਏ ਤੇ ਵੇਖ ਕੇ ਕਹਿੰਦੇ, ਆਹਾ ਕਿਤਨੇ ਸੁੰਦਰ ਦੰਦ ਨੇ ਇਹਦੇ, ਪਰਮੇਸ਼ਰ ਨੇ ਕੈਸੀ ਸੁੰਦਰ ਬਣਾਵਟ ਬਣਾਈ। ਉਹ ਕਹਿੰਦੇ ਵੀ ਇਹ ਤਾਂ ਤੁਹਾਨੂੰ ਵੱਢਣ ਨੂੰ ਪੈਂਦਾ ਤੇ ਤੁਹਾਨੂੰ ਇਹਦੇ ਸੋਹਣੇ ਦੰਦ ਦਿਸਦੇ ਆ। ਉਹ ਕਹਿੰਦੇ ਨਜ਼ਰੀਆ ਹੈ, ਜੇ ਮੈਂ ਵੈਰ ਭਾਵ ਨਾਲ ਇਹਨੂੰ ਵੇਖਾਂਗਾ ਤੇ ਮੈਨੂੰ ਇਹ ਬੜੇ ਵਿਕਰਾਲ ਨਜ਼ਰ ਆਉਣਗੇ ਇਹੀ ਦੰਦ, ਪਰ ਹੁਣ ਮੈਂ ਮੈਤਰੀ ਭਾਵ ਨਾਲ ਵੇਖ ਰਿਹਾ ਤੇ ਇਹੀ ਦੰਦ ਮੈਨੂੰ ਬੜੇ ਸੁੰਦਰ ਨਜ਼ਰ ਆ ਰਹੇ ਨੇ। ਗੱਲ ਤਾਂ ਬਿਰਤੀ ਦੀ ਹੈ ਨਾ, ਨਜ਼ਰੀਏ ਦੀ ਹੈ। ਇਸ ਕਰਕੇ ਪਹਿਲੀ ਬਿਰਤੀ ਸਨਮੁਖ ਦੀ ਇਹ ਹੈ ਕਿ ਉਹ ਸਭ ਨੂੰ ਆਪਣਾ ਮਿੱਤਰ ਕਰਕੇ ਵੇਖਦਾ ਹੈ। ਭਿਖੈ ਸੁਖੀ ਕੈ ਨਿਜ ਸੁਖ ਜਾਣੇ। ਕਿਸੇ ਦੂਸਰੇ ਨੂੰ ਸੁਖੀ ਵੇਖ ਕੇ ਇਉਂ ਸਮਝਦਾ ਵੀ ਮੇਰਾ ਹਿਰਦਾ ਸੁਖੀ ਹੋ ਗਿਆ। ਕਿਸੇ ਦੂਸਰੇ ਨੂੰ ਸੁਖੀ ਵੇਖ ਕੇ ਇਹਦਾ ਆਪਣਾ ਹਿਰਦਾ ਸੁਖੀ ਹੋ ਜਾਵੇ। ਪਰ ਸੁਖ ਦੇਖ ਨਾ ਈਰਖਾ ਠਾਨੇ। ਪਰਾਏ ਦਾ ਸੁਖ ਵੇਖ ਕੇ ਆਪਣੇ ਮਨ 'ਚ ਈਰਖਾ ਨਾ ਕਰੇ, ਦਵੈਸ਼ ਦੀ ਅੱਗ ਵਿੱਚ ਨਾ ਸੜੇ। ਵਿਦਿਆ ਕਿਦੋਂ ਦਰਬ ਨਿਜ ਪਾਸਾ। ਕਹਿੰਦੇ ਚਾਹੇ ਵਿਦਿਆ ਤੇ ਚਾਹੇ ਧਨ ਹੈ, ਤੈਂ ਸੋ ਪਰ ਕੋ ਦੇ ਸੁਖ ਰਾਸਾ। ਜੇ ਤੇਰੇ ਕੋਲ ਧਨ ਹੈ ਤੇ ਧਨ ਨਾਲ ਕਿਸੇ ਨੂੰ ਸਹੂਲਤ ਦੇ ਸਕਦਾ, ਧਨ ਦੇ ਦੇ। ਜੇ ਤੇਰੇ ਕੋਲ ਵਿਦਿਆ ਤੇ ਕਿਸੇ ਨੂੰ ਦੇ ਸਕਦਾ ਵਿਦਿਆ, ਤੇ ਉਹਨੂੰ ਵਿਦਿਆ ਦੇ ਦੇ। ਹਾਂਜੀ, ਦੋਹਰਾ ਕਰਤ ਭਲਾਈ ਮੀਤ ਸੋ ਤਿਨ ਕੋ ਕੀਜੇ ਸਭ ਸੰਗ। ਮਹਾਰਾਜ ਜੀ ਕਹਿੰਦੇ ਭਾਈ ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ ਤੇ ਭਲਾਈ ਕਰਨੀ, ਇਉਂ ਸਭ ਦੇ ਨਾਲ ਆਪਣੇ ਮਨ 'ਚ ਮਿੱਤਰਤਾ ਤੇ ਭਲਾਈ ਦੀ ਬਿਰਤੀ ਰੱਖਣੀ। ਮੈਤਰੀ ਕੇ ਲੱਛਣ ਇਹ ਕਰੇ ਨਾ ਕਹਿ ਮਨ ਭੰਗ। ਮੈਤਰੀ ਦੇ ਲੱਛਣ ਨੇ ਮਿੱਤਰਤਾ ਦੇ। ਇਹ ਮੈਤਰੀ, ਇਹਦੇ ਵਿੱਚੋਂ ਕਦੇ ਆਪਣਾ ਮਨ ਉਚਾਟ ਨਾ ਕਰੇ, ਹਮੇਸ਼ਾ ਆਪਣੇ ਮਨ ਵਿੱਚ ਮੈਤਰੀ ਦਾ ਭਾਵ ਰੱਖੇ। ਮੈਤਰੀ ਦਾ ਭਾਵ ਦੱਸਾਏ ਨੇ ਵੀ ਪਰਾਏ ਦੀ ਖੁਸ਼ੀ ਵੇਖ ਕੇ ਮਨ ਖੁਸ਼ ਹੋਣਾ, ਧਨ ਦੇ ਕੇ ਵਿਦਿਆ ਦੇ ਕੇ ਕਿਸੇ ਦਾ ਭਲਾ ਹੁੰਦਾ ਉਹ ਭਲਾ ਕਰਨਾ, ਸਭ ਨੂੰ ਮਿੱਤਰ ਭਾਵ ਨਾਲ ਵੇਖਣਾ ਔਰ ਸਭ ਦੇ ਉੱਤੇ ਭਲਾ ਕਰਨ ਦੀ ਬਿਰਤੀ ਰੱਖਣੀ। ਇਹਨੂੰ ਮੈਤਰੀ ਦਾ ਗੁਣ ਕਹਿੰਦੇ। ਮੈਤਰੀ ਹੈ ਸਨਮੁਖ ਦਾ ਸਭ ਤੋਂ ਸ੍ਰੇਸ਼ਟ ਲੱਛਣ ਹੈ ਮੈਤਰੀ। ਖਾਲਸਾ ਜੀ ਕਿਸੇ ਕੋਲ 2 ਅੱਖਰ ਵਿਦਿਆ ਦੇ ਹੋਣ, ਉਹ ਕਹਿੰਦਾ ਮੈਂ ਕਿਉਂ ਦੇਵਾਂ। ਧਨ ਹੋਵੇ ਕਹਿੰਦਾ ਕਿਉਂ ਭਾਈ। ਅਸੀਂ ਆਪਣੇ ਵਿਦਿਆ ਦਾਤਾ ਜੀ ਦੇ ਪਾਸ ਜਦੋਂ ਪੜ੍ਹਦੇ ਸੀ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੰਪਰਦਾਇ ਹੈ ਉਦਾਸੀਨ ਸੰਪਰਦਾਇ। ਸਭ ਤੋਂ ਪਹਿਲੀ ਸੰਪਰਦਾ ਤੇ ਸਭ ਤੋਂ ਪੁਰਾਣੀ ਸੰਪਰਦਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਦਾਸੀਨ ਸੰਪਰਦਾਇ ਹੈ। ਤੋ ਉਦਾਸੀ ਸੰਪਰਦਾ ਦੇ ਸਾਡੇ ਮਹਾਂਪੁਰਸ਼ ਵਿਦਿਆ ਦਾਤਾ ਜੀ ਮੇਰੇ ਉਸਤਾਦ ਸਨ ਸੁਆਮੀ ਪੰਚਮ ਪ੍ਰਕਾਸ਼ ਜੀ, ਉਹਨਾਂ ਦਾ ਨਾਮ ਸੀ। ਅਸੀਂ ਅੰਬਾਲੇ ਤੋਂ ਉਹਨਾਂ ਪਾਸ ਜਦੋਂ ਪੜ੍ਹਨ ਜਾਣਾ, ਉਹਨਾਂ ਉਡੀਕਦੇ ਹੋਣਾ ਅੱਗੋਂ। ਉਮਰ ਛੋਟੀ ਸੀ, ਮਨ 'ਚ ਚਿੰਤਤ ਵੀ ਹੋਣਾ ਵੀ ਸੜਕ ਤੇ ਆਉਂਦੇ ਹਨ, ਤੇ ਜਦੋਂ ਪਹੁੰਚ ਜਾਣਾ ਤੇ ਉਹਨਾਂ ਨੇ ਕਹਿਣਾ ਧੰਨਵਾਦ ਹੈ ਤੁਹਾਡਾ, ਤੁਸੀਂ ਮੇਰਾ ਕਰਜ਼ਾ ਲਾਹਣ ਆਏ ਹੋ। ਜਦੋਂ ਸਾਨੂੰ ਵਿਦਿਆ ਪੜ੍ਹਾਉਣੀ, ਉਹਨਾਂ ਕਹਿਣਾ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਉੱਥੋਂ ਇੰਨੀ ਦੂਰੋਂ ਆਉਂਦੇ ਹੋ ਮੇਰੇ ਕੋਲ ਚੱਲ ਕੇ, ਤੇ ਤੁਸੀਂ ਮੇਰਾ ਕਰਜ਼ਾ ਲਾਉਂਦੇ ਹੋ। ਅਸੀਂ ਆਖਣਾ ਮਹਾਰਾਜ ਜੀ ਇਹ ਕਰਜ਼ਾ ਲਾਹਣ ਦੀ ਕੀ ਬਾਤ। ਕਹਿੰਦੇ ਸਾਡੇ ਉਸਤਾਦਾਂ ਦਾ ਕਰਜ਼ਾ ਸਾਡੇ ਸਿਰ ਤੇ, ਉਹਨਾਂ ਸਾਨੂੰ ਵਿਦਿਆ ਪੜ੍ਹਾਈ, ਉਹ ਕਰਜ਼ਾ ਸਾਡੇ ਸਿਰ ਤੇ ਹੈ। ਤੁਸੀਂ ਅੱਗੋਂ ਪੜ੍ਹ ਕੇ ਸਾਡੇ ਸਿਰ ਤੋਂ ਕਰਜ਼ਾ ਲਾ ਰਹੇ ਹੋ। ਇਹ ਕਰਜ਼ਾ ਹੁਣ ਤੁਹਾਡੇ ਸਿਰ ਤੇ ਹੈ, ਇਹ ਉਦੋਂ ਉਤਰੇਗਾ ਜਦੋਂ ਤੁਸੀਂ ਅੱਗੇ ਵਿਦਿਆ ਪੜ੍ਹਾਓਗੇ। ਵਿਦਿਆ ਜਿਹੜੀ ਆ ਜਿੰਨੀ ਅੱਗੇ ਵੰਡੀ ਜਾਏ ਸਗੋਂ ਹੋਰ ਵੱਧਦੀ ਹੈ, ਇਹਦੇ 'ਚ ਵਾਧਾ ਹੁੰਦਾ। ਗੁਰੂ ਖਾਲਸਾ ਜੀ ਇਹ ਮੈਤਰੀ ਦਾ ਗੁਣ ਹੈ। ਤੁਹਾਡੇ ਕੋਲ ਧਨ ਹੈ, ਧਨ ਦੇ ਕੇ ਕਿਸੇ ਨੂੰ ਸੁੱਖ ਦੇ ਸਕਦੇ ਹੋ ਧਨ ਨਾਲ।
ਯਾਨੀ ਕਿ ਭਲੇ ਦੀ ਬਿਰਤੀ ਰੱਖਣੀ ਇਹ ਮੈਤਰੀ ਦਾ ਗੁਣ ਹੈ। ਚੌਪਈ ਨਿਜ ਤੇ ਵਿਦਿਆ ਕਹਿ ਤਨ ਮਾਈ। ਕਹਿੰਦੇ ਆਪਣੇ ਤੋਂ ਕੋਈ ਵਿਦਿਆ ਵਿੱਚ ਜਾਂ ਧਨ ਵਿੱਚ ਕਹਿ ਬਲ ਵਿਖੇ ਕਿ ਮਤ ਲਗਵਾਈ। ਜਾਂ ਬਲ ਵਿੱਚ, ਜੇ ਉਹ ਕਿਤੇ ਛੋਟਾ ਹੈ, ਕੋਈ ਸਾਡੇ ਤੋਂ ਵਿਦਿਆ ਵਿੱਚ ਛੋਟਾ ਹੈ ਜਾਂ ਧਨ ਕਰਕੇ ਛੋਟਾ ਹੈ ਜਾਂ ਬਲ ਕਰਕੇ ਛੋਟਾ ਹੈ, ਤਿਨ ਕੋ ਅਨੁਜ ਆਤਮ ਜਨ ਨਾਈ। ਕਹਿੰਦੇ ਉਹਨੂੰ ਆਪਣਾ ਛੋਟਾ ਭਰਾ ਕਰਕੇ ਵੇਖੇ, ਇਹ ਨਾ ਉਹਦੇ ਤੇ ਹੰਕਾਰ ਨਾ ਜਮਾਏ, ਤੌਂਸ ਨਾ ਜਮਾਏ ਵੀ ਤੈਨੂੰ ਆਉਂਦਾ ਨਹੀਂ ਕੁਝ। ਜਿਹਨੂੰ 4 ਅੱਖਰ ਆ ਜਾਣ ਨਾ ਵਿਦਿਆ ਦੇ ਤੇ ਉਹਦੇ ਸਾਹਮਣੇ ਕੋਈ ਘੱਟ ਪੜਿਆ ਆ ਜੇ, ਉਹਦੇ ਤੇ ਆਪਣਾ ਰੋਹਬ ਝਾੜਨ ਲੱਗ ਪੈਂਦਾ। ਜਿਹਦੇ ਕੋਲ 4 ਛਿੱਲੜ ਵੱਧ ਨੇ ਧਨ ਦੇ, ਕੋਈ ਦੂਜਾ ਘੱਟ ਧਨ ਵਾਲਾ, ਉਹਦੇ ਤੇ ਆਪਣਾ ਰੋਹਬ ਝਾੜਨ ਲੱਗ ਪੈਂਦਾ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਰਨਾ। ਜੇ ਤੇਰੇ ਕੋਲ ਬਲ ਜ਼ਿਆਦਾ ਤੇ ਜਿਹੜਾ ਕੋਈ ਵਿਚਾਰਾ ਅੱਗੇ ਕਮਜ਼ੋਰ ਹੋਵੇਗਾ ਉਹਦਾ ਫੜ ਕੇ ਹੱਥ ਹੀ ਮਰੋੜੀ ਜਾਏਗਾ ਵੀ ਮੈਂ ਤੇਰੇ ਤੋਂ ਬਲ ਵੱਧ ਵਾਲਾ। ਮਹਾਰਾਜ ਜੀ ਕਹਿੰਦੇ ਭਾਈ ਕੋਈ ਏਦਾਂ ਧਨ ਵਿੱਚ, ਬਲ ਵਿੱਚ ਜਾਂ ਵਿਦਿਆ 'ਚ ਤੁਹਾਡੇ ਤੋਂ ਕੋਈ ਛੋਟਾ ਹੈ ਤਾਂ ਉਹਨੂੰ ਆਪਣਾ ਛੋਟਾ ਪਿਆਰਾ ਮਿੱਤਰ ਜਾਣੇ ਤੇ ਭਰਾ ਸਮਝੇ। ਆਤਮਜ ਕਹਿੰਦੇ ਨੇ ਭਰਾ ਨੂੰ। ਮਹਾਰਾਜ ਜੀ ਕਹਿੰਦੇ ਨੂੰ ਆਪਣਾ ਪਿਆਰਾ ਭਰਾ ਜਾਣ ਕੇ ਆਪਣੇ ਬਰਾਬਰ ਕਰਨ ਦਾ ਯਤਨ ਕਰੇ। ਹਾਂਜੀ, ਕਰ ਸਹਾਇਤਾ ਦੇ ਵਧਾਈ। ਉਹਦੀ ਸਹਾਇਤਾ ਕਰਕੇ ਉਹਨੂੰ ਵਧਾਵੇ, ਆਪਣੇ ਭਰਾ ਸਮਝ ਕੇ ਵੀ ਇਹ ਮੇਰਾ ਭਰਾ ਹੈ, ਇਹਨੂੰ ਮੈਂ ਆਪਣੇ ਬਰੋਬਰ ਕਰਨਾ। ਇੱਥੇ ਤਾਂ ਸਮਾਜ 'ਚ ਉਹ ਲੋਕਾਂ ਦੀ ਭੀੜ ਵੱਧ ਹੈ ਕਿ ਕੋਈ ਮੇਰੇ ਬਰਾਬਰ ਹੋ ਨਾ ਜਾਵੇ। ਕਿਵੇਂ ਕਿਸੇ ਨੂੰ ਦੱਬ ਕੇ ਰੱਖਣਾ, ਛੋਟਾ ਕਿਵੇਂ ਕਰ, ਇਹ ਬਿਰਤੀ ਤਾਂ ਵੱਧ, ਪਰ ਆਪਣੇ ਭਰਾਵਾਂ ਨੂੰ ਆਪਣੇ ਬਰਾਬਰ ਕਰਨ ਦੀ ਬਿਰਤੀ ਰੱਖਣ ਵਾਲੇ ਸੰਸਾਰ 'ਚ ਵਿਰਲੇ ਨੇ, ਵਿਰਲੇ। ਗੁਰਸਿੱਖਾਂ ਵਿੱਚ ਇਹ ਬਿਰਤੀ ਹੋਣੀ ਚਾਹੀਏ। ਜਦੋਂ ਕਲਗੀਧਰ ਕਹਿੰਦੇ ਆ ਨਾ ਵੀ ਦਾਨ ਦਿਓ ਇਹ ਨਹੀਂ ਕੋ ਭਲੋ ਔਰ ਕੋ ਦਾਨ ਨਾ ਲਾਗਤ ਨੀਕੋ, ਇਹਦਾ ਮਤਲਬ ਇਹ ਹੈ ਵੀ ਆਪਣੇ ਭਰਾਵਾਂ ਨੂੰ ਆਪਣੇ ਬਰਾਬਰ ਕਰਨਾ, ਜਿਹੜਾ ਗੁਰੂ ਕਾ ਪੰਥ ਹੈ ਸਿੰਘਾਂ ਨੂੰ। ਵੀ ਜੇ ਕੋਈ ਗਰੀਬ ਹੈ ਉਹਨੂੰ ਆਪਣੇ ਬਰਾਬਰ ਕਰਨ ਦਾ, ਉਹਨੂੰ ਉੱਚਿਆਂ ਕਰਨ ਦਾ ਯਤਨ ਕਰਨਾ। ਇਹ ਬਿਰਤੀ ਮਹਾਰਾਜ ਜੀ ਕਹਿੰਦੇ ਹੋਣੀ ਚਾਹੀਦੀ ਹੈ। ਲਘੂ ਕੋ ਦੇਖ ਗਰਬ ਨੇ ਕਈ। ਕਿਸੇ ਛੋਟੇ ਨੂੰ ਵੇਖ ਕੇ ਉਹਦੇ ਤੇ ਹੰਕਾਰ ਨਾ ਕਰੇ। ਇਸ ਕੋ ਕਰੁਣਾ ਸੰਤ ਉਚਰਈ। ਖਾਲਸਾ ਜੀ ਇਹਨੂੰ ਕਹਿੰਦੇ ਨੇ ਕਰੁਣਾ। ਜਿਹੜਾ ਦੂਜਾ ਗੁਣ ਹੈ ਨਾ, ਦੂਜਾ ਲੱਛਣ ਸਨਮੁਖ ਦਾ, ਇਹ ਹੈ ਕਰੁਣਾ। ਮਹਾਰਾਜ ਜੀ ਕਹਿੰਦੇ ਇਹਨੂੰ ਕਰੁਣਾ ਕਹਿੰਦੇ ਹਨ। ਪਹਿਲਾਂ ਮੈਤਰੀ ਦੱਸ ਦਿੱਤਾ, ਹੁਣ ਕਰੁਣਾ ਦੱਸ ਦਿੱਤਾ ਹੈ। ਜੇ ਉਰ ਤਰੇ ਤਰੇ ਭਵ ਸੇ। ਜਿਹੜੇ ਆਪਣੇ ਹਿਰਦੇ 'ਚ ਕਰੁਣਾ ਦੀ ਬਿਰਤੀ ਧਾਰਦੇ ਨੇ ਉਹ ਇਸ ਭਵ ਸਾਗਰ ਤੋਂ ਤਰ ਜਾਂਦੇ ਹਨ। ਸਨਮੁਖ ਨਾਮ ਲਖੋ ਤੁਮ ਤੇ। ਇਹ ਭਾਈ ਇਹ ਸਨਮੁਖ ਦੇ ਲੱਛਣ ਹਨ। ਨਿਜ ਤੇ ਵਿਦਿਆ ਕੈ ਗੁਣ ਮਾਈ। ਕਹਿੰਦੇ ਤੁਹਾਡੇ ਤੋਂ ਵਿਦਿਆ ਕਰਕੇ ਜਾਂ ਗੁਣ ਦੇ ਵਿੱਚ ਦੀਰਗ ਦੇਖ ਦੁਖੈ ਨੈ ਕਾਈ। ਹੁਣ ਜੇ ਵਿਦਿਆ ਵਿੱਚ ਤੇ ਧਨ ਵਿੱਚ, ਜੇ ਬਲ ਵਿੱਚ ਛੋਟੇ ਹੁੰਦੇ ਨੇ ਤੇ ਸਾਡੇ ਤੋਂ ਵਿਦਿਆ ਕਰਕੇ ਧਨ ਵਿੱਚ ਤੇ ਬਲ ਵਿੱਚ ਵੱਡੇ ਵੀ ਤਾਂ ਹੁੰਦੇ ਨੇ। ਜਿਹੜੇ ਛੋਟੇ ਨੇ ਉਹਨਾਂ ਨੂੰ ਬਰਾਬਰ ਕਰਨ ਦੀ ਬਿਰਤੀ ਰੱਖਣੀ, ਇਹਨੂੰ ਕਰੁਣਾ ਕਹਿੰਦੇ ਨੇ। ਤੇ ਜਿਹੜੇ ਤੁਹਾਡੇ ਤੋਂ ਧਨ ਕਰਕੇ ਜਾਂ ਬਲ ਕਰਕੇ ਜਾਂ ਵਿਦਿਆ ਕਰਕੇ ਵੱਡੇ ਹਨ, ਦੀਰਗ ਦੇਖ ਦੁਖੈ ਨੈ ਕਾਈ। ਉਹਨਾਂ ਨੂੰ ਵੱਡਿਆਂ ਵੇਖ ਕੇ ਆਪਣੇ ਮਨ 'ਚ ਦੁੱਖ ਨਾ ਮਨਾਵੇ ਵੀ ਇਹ ਮੇਰੇ ਤੋਂ ਵੱਡੇ ਕਿਉਂ ਨੇ, ਆਪਣੇ ਮਨ 'ਚ ਦੁਖੀ ਨਾ ਹੋਵੇ। ਤਿਨ ਕੀ ਸੁਨੇ ਪ੍ਰਸ਼ੰਸਾ ਕਾਨ। ਜਦੋਂ ਉਹਨਾਂ ਦੀ ਵਡਿਆਈ ਆਪਣੇ ਕੰਨਾਂ ਨਾਲ ਸੁਣੇ, ਹਰਖ ਮਾਨੋਏ ਸੇ ਮਤਵਾਨ। ਕਹਿੰਦੇ ਮਨ 'ਚ ਸਗੋਂ ਖੁਸ਼ ਹੋਵੇ, ਮਨ ਵਿੱਚ ਖੇੜਾ ਰੱਖੇ ਤੇ ਪ੍ਰਸੰਨ ਹੋ ਕੇ ਵਿਚਾਰ ਕਰੇ। ਦੋਹਰਾ ਜੈਸੇ ਪਿਤ ਗੁਰਦੇਵ ਕੋ ਸੁਨ ਜਸ ਹੋਤ ਪ੍ਰਸੰਨ। ਕਹਿੰਦੇ ਜਿਵੇਂ ਗੁਰੂ ਦਾ ਤੇ ਪਿਤਾ ਦਾ ਜਸ ਸੁਣ ਕੇ ਮਨ ਖੁਸ਼ ਹੁੰਦਾ ਨਾ, ਗੁਰੂ ਦੀ ਵਡਿਆਈ ਸੁਣੀਏ, ਪਿਓ ਦੀ ਮਹਿਮਾ ਸੁਣੀਏ ਤੇ ਮਨ ਪ੍ਰਸੰਨ ਹੁੰਦਾ ਹੈ। ਤਿਉ ਹਰਖੇ ਮੁਖ ਸੇ ਕਹੇ ਵਾਹਿਗੁਰੂ ਨਿਤ ਧਨ। ਕਹਿੰਦੇ ਏਦਾਂ ਆਪਣੇ ਤੋਂ ਗੁਣ ਕਰਕੇ, ਵਿਦਿਆ ਕਰਕੇ, ਧਨ ਕਰਕੇ, ਬਲ ਕਰਕੇ ਕੋਈ ਵੱਡਾ ਹੋਵੇ, ਉਹਦੀ ਪ੍ਰਸ਼ੰਸਾ ਸੁਣ ਕੇ ਮਨ 'ਚ ਖੁਸ਼ ਹੋਵੇ ਤੇ ਆਖੇ ਹੇ ਵਾਹਿਗੁਰੂ ਤੂੰ ਧਨ ਹੈ, ਤੂੰ ਧਨ ਹੈ, ਧਨ ਵਾਹਿਗੁਰੂ ਜਿਨ ਅਸ ਨਰ ਉਪਜਾਏ।
ਹੇ ਵਾਹਿਗੁਰੂ ਤੂੰ ਧੰਨ ਹੈ ਕਿ ਇਹੋ ਜਿਹੇ ਬੰਦੇ ਤੈਂ ਪੈਦਾ ਕੀਤੇ ਹਨ। ਜੋ ਪਾਈ ਜਿਨ ਇਸ ਬਿਦ ਕੇ ਮਨੋਜੇ ਉਪਾਏ। ਇਸ ਵਾਹਿਗੁਰੂ ਨੇ ਇਸ ਤਰ੍ਹਾਂ ਦੇ ਮਨੁੱਖ ਉਪਾਏ ਹਨ। ਧੰਨ ਪ੍ਰਭੂ ਕੈ ਉਰ ਹਰ ਖਾਏ। ਪਰਮੇਸ਼ਰ ਨੂੰ ਧੰਨ ਵਾਹਿਗੁਰੂ ਕਹਿ ਕੇ ਹਿਰਦੇ 'ਚ ਪ੍ਰਸੰਨ ਰਹੇ। ਅਸ ਲਖ ਕੇ ਨਿੰਦਾ ਨੈ ਚਾਹੇ। ਕਿਉਂ ਜਾਣ ਕੇ ਆਪਣੇ ਮਨ 'ਚ ਕਦੇ ਕਿਸੇ ਦੀ ਨਿੰਦਾ ਨਾ ਕਰੇ। ਮੁਦਤਾ ਨਾਮ ਇਸੀ ਕੋ ਆਹੇ। ਆਸਾ ਜੀ ਇਹ ਤੀਸਰਾ ਲੱਛਣ ਇਹਨੂੰ ਕਹਿੰਦੇ ਨੇ ਮੁੱਦਤਾ। ਇਹਨੂੰ ਮੁੱਦਤਾ ਕਹਿੰਦੇ ਹਨ, ਖੇੜਾ ਕਹਿੰਦੇ ਹਨ। ਆਪਣੀ ਮਤ ਗੁਰ ਬਚ ਅਨੁਸਾਰ। ਹੁਣ ਚੌਥਾ ਲੱਛਣ ਜਿਹਨੂੰ ਉਪੇਖਿਆ ਕਹਿੰਦੇ ਉਹਦੇ ਬਾਰੇ ਦੱਸਦੇ। ਕਹਿੰਦੇ ਆਪਣੀ ਮਤ ਨੂੰ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਦੇ ਉਪਦੇਸ਼ ਸਬਨ ਸੁਖਕਾਰ। ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣੀ ਮਤ ਨੂੰ ਢਾਲ ਕੇ ਸਭ ਨੂੰ ਗੁਰੂ ਕਾ ਸਾਂਝੀਵਾਲਤਾ ਦਾ ਉਪਦੇਸ਼ ਦੇਵੇ। ਜੋ ਮੰਨੈ ਤੈ ਕੋ ਪੁਨ ਦੇਹ। ਜਿਹੜਾ ਮੰਨੇ ਉਹਨੂੰ ਫੇਰ ਉਪਦੇਸ਼ ਦੇਵੇ। ਅਨਮੰਨੇ ਸੋ ਹਠ ਨ ਕਰੇ। ਜਿਹੜਾ ਨਾ ਮੰਨੇ ਉਹਦੇ ਨਾਲ ਹੱਠ ਨਾ ਕਰੇ। ਜਿਹੜਾ ਮੰਨੇ ਉਹਨੂੰ ਦੇਵੇ ਉਪਦੇਸ਼ ਗੁਰੂ ਕੀ ਮੱਤ ਦਾ। ਜਿਹੜਾ ਨਾ ਮੰਨੇ ਉਹਦੇ ਨਾਲ ਬਹਿਸਬਾਜ਼ੀ ਕਰਨ ਦੀ ਲੋੜ ਨਹੀਂ, ਉਹਦੇ ਤੋਂ ਕਿਨਾਰਾ ਕਰਕੇ। ਉਹ ਕਹਿੰਦੇ ਆ ਇੱਕ ਵਿਦਵਾਨ ਦਾ ਕਥਨ, ਉਹ ਕਹਿੰਦਾ ਪੰਡਤ ਕੇ ਹਮ ਗੁਰੂ ਹੈ ਮੂਰਖ ਕੇ ਹਮ ਦਾਸ। ਜਿਹੜਾ ਕੋਈ ਸਿਆਣਾ ਹੋਵੇ ਕਹਿੰਦੇ ਉਹਨੂੰ ਤਾਂ ਸਮਝਾ ਲਾਂਗੇ ਉਪਦੇਸ਼ ਦੇ ਕੇ ਗੁਰੂ ਬਣ ਕੇ, ਪਰ ਜਿਹੜਾ ਮੂਰਖ ਆ ਉਹਨੂੰ ਸਮਝਾਉਣਾ ਔਖਾ। ਤੇ ਕਹਿੰਦੇ ਮੂਰਖ ਅੱਗੇ ਤਾਂ ਹੱਥ ਜੋੜ ਕੇ ਉਹਦੇ ਦਾਸ ਹੀ ਆ ਅਸੀਂ। ਉਹਦੇ ਨਾਲ ਆਪਣਾ ਟਾਈਮ ਬਰਬਾਦ ਕਰਨਾ, ਮਗਜਮਾਰੀ ਕਰਨ ਨਾਲੋਂ ਚੰਗਾ ਕਿਨਾਰੇ ਤੇ ਹੋ ਕੇ ਲੰਘ ਜਾਣਾ। ਚੱਲ ਭਾਈ ਤੂੰ ਆਪ ਪਾਸੇ ਆਪਣੇ ਘਰ 'ਚ ਆਨੰਦ 'ਚ, ਅਸੀਂ ਆਪਣੇ ਆਨੰਦ 'ਚ। ਉੱਥੇ ਆ ਕੇ ਕਿਹਾ ਭਾਵੇਂ ਕੋਈ ਮਰੇ ਤੇ ਭਾਵੇਂ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਵੀ ਉੱਥੇ ਵੀ ਮੂਰਖਾਂ ਨਾਲ ਲੂਝਣ ਦੀ ਲੋੜ ਨਹੀਂ। ਖਾਲਸਾ ਜੀ ਜਿਹੜਾ ਕੋਈ ਮੰਨੇ ਉਹਨੂੰ ਕਹਿ ਦਿਓ ਗੁਰੂ ਕੀ ਗੱਲ। ਜਿਹੜਾ ਨਾ ਮੰਨੇ ਉਹਨੂੰ ਹੱਠ ਨਾਲ ਕਹਿਣ ਦੀ ਕੋਈ ਲੋੜ ਨਹੀਂ। ਹਾਂਜੀ। ਦੋਹਰਾ ਪਰਾ ਲਬਦ ਇਸ ਕੀ ਨਹੀਂ। ਅਸ ਜਾਣੇ ਮਨ ਮਾਏ। ਪਰ ਇਹ ਸਮਝੇ ਆਪਣੇ ਮਨ 'ਚ ਵੀ ਇਹਦੇ ਭਾਗਾਂ 'ਚ ਕੋਈ ਨਹੀਂ। ਇਹ ਸਮਝੇ ਵੀ ਇਹਦੇ ਭਾਗਾਂ 'ਚ ਗਿਆਨ ਨਹੀਂ ਹੈ। ਤੂਸ਼ਨ ਤੈ ਸੋ ਹੋਏ ਰਹੇ ਨਾਮ ਉਪੇਖਿਆ ਤਾਏ। ਉਹਦੇ ਕੋਲੋਂ ਚੋਪੀ ਹੋ ਜਾਏ ਇਹਨੂੰ ਕਹਿੰਦੇ ਨੇ ਉਪੇਖਿਆ। ਇਹ ਚੌਥਾ ਲੱਛਣ ਹੈ ਸਨਮੁਖ ਦਾ। ਵੀ ਜਿਹੜਾ ਤਾਂ ਕੋਈ ਮੰਨੇ ਉਹਨੂੰ ਗੁਰੂ ਕੀ ਗੱਲ ਸੁਣਾਵੇ, ਜਿਹੜਾ ਨਾ ਮੰਨੇ ਉਹਨੂੰ ਮਨਾਵੇ ਨਾ ਹੱਠ ਨਾਲ। ਇਹ ਸਮਝੇ ਵੀ ਇਹਦੇ ਭਾਗਾਂ 'ਚ ਕੋਈ ਨਹੀਂ ਸਤਿਗੁਰਾਂ ਦਾ ਸ਼ਬਦ। ਉਹਦੇ ਵੱਲੋਂ ਆਪਣੇ ਮਨ ਨੂੰ ਚੁੱਪ ਕਰ ਲੇ, ਮੁਖ ਚੁੱਪ ਕਰ ਲਵੇ। ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਇਹਨੂੰ ਉਪੇਖਿਆ ਕਹਿੰਦੇ। ਚੌਥਾ ਲੱਛਣ ਹੈ ਸਨਮੁਖ ਦਾ। ਇਹ ਚਾਰ ਲੱਛਣ ਨੇ ਸਨਮੁਖ ਦੇ। ਜੋ ਪਈ ਮਨ ਕੋ ਕਯੋ ਕਰਤ ਹੈ ਜੋਈ। ਦੂਜਾ ਉਹਨੇ ਪੁੱਛਿਆ ਸੀ ਵੀ ਮਨਮੁਖ ਦੇ ਲੱਛਣ ਕੀ ਨੇ। ਸਨਮੁਖ ਦੇ ਤੇ ਦੱਸ ਦਿੱਤੇ, ਹੁਣ ਮਨਮੁਖ ਦੇ ਲੱਛਣ ਕੀ ਨੇ। ਮਹਾਰਾਜ ਕਹਿੰਦੇ ਜਿਹੜਾ ਮਨ ਦਾ ਕਿਹਾ ਕਰੇ, ਵੀ ਜਿਵੇਂ ਮਨ ਕਹੇ ਉਦਾਂ ਕਰੇ। ਕਹਿੰਦਾ ਸਵੇਰੇ ਨਾ ਮਨ ਨਹੀਂ ਕੀਤਾ ਗੁਰੂ ਘਰ ਜਾਣ ਨੂੰ, ਮਨ ਨਹੀਂ ਕੀਤਾ ਵੀ ਜਾ ਕੇ ਕਥਾ ਸੁਣਨ ਨੂੰ। ਤੇ ਜਿਹੜਾ ਮਨ ਦੇ ਆਖੇ ਲੱਗ ਗਿਆ, ਨਹੀਂ ਗਿਆ ਗੁਰੂ ਘਰ, ਨਹੀਂ ਕੀਰਤਨ ਸੁਣਿਆ, ਫਿਰ ਉਹ ਗੁਰਮੁਖ ਥੋੜੀ ਹੈ, ਉਹ ਹੋ ਗਿਆ ਮਨਮੁਖ। ਜੇ ਮਨ ਦਾ ਕਹਿਣਾ ਮੰਨਿਆ ਤੇ ਫਿਰ ਮਨਮੁਖ ਹੀ ਹੈ ਨਾ। ਤੇ ਜਿਹੜਾ ਕਹੇ ਉਹ ਮਨਾ ਕਿਹੜੀ ਗੱਲੇ ਆਲਸ ਕਰਦਾ, ਚੱਲ ਮਹਾਰਾਜ ਜੀ ਦੇ ਦਰਸ਼ਨ ਕਰੀਏ, ਫਿਰ ਹੋ ਜਾਂਦਾ ਸਨਮੁਖ। ਹੁਣ ਇਹ ਮਨ ਨੇ ਤਾਂ ਆਪ ਹੁਦਰੀਆਂ ਕਰਨੀਆਂ ਹੀ ਨੇ ਨਾ। ਮਹਾਰਾਜ ਕਹਿੰਦੇ ਜਿਹੜਾ ਮਨਮੁਖ ਦਾ ਬਿਰਤੀ ਹੈ ਵੀ ਮਨ ਦਾ ਕਿਹਾ ਹੋਇਆ ਕਰਦਾ ਹੈ। ਵੈ ਮਨਮੁਖ ਪਹਿਚਾਨੋ ਸੋਈ। ਉਹ ਮਨਮੁਖ ਪਹਿਚਾਣੋ ਤਾਂ ਤੇ ਤੁਮ ਸਨਮੁਖ ਨਿਤ ਰਹੀਏ। ਮਹਾਰਾਜ ਜੀ ਕਹਿੰਦੇ ਭਾਈ ਕਾਲੂ ਇਸ ਕਰਕੇ ਤੁਸੀਂ ਸਨਮੁਖ ਹੋ ਕੇ ਰਹਿਣਾ, ਮਨਮੁਖ ਨਹੀਂ ਬਣਨਾ। ਨਾਮ ਚਿਤਾਰ ਊਚ ਪਦ ਲਈਏ। ਪਰਮੇਸ਼ਰ ਦਾ ਨਾਮ ਚੇਤੇ ਕਰਕੇ ਉੱਚੀ ਪਦਵੀ ਨੂੰ ਪ੍ਰਾਪਤ ਕਰੋ। ਇਸ ਬਿਦ ਸ਼੍ਰੀ ਗੁਰ ਬਚ ਸੋ ਸੁਨ ਕੇ। ਭਾਈ ਕਾਲੂ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ, ਵਰਤਿਓ ਤਿਸ ਪ੍ਰਕਾਰ ਮਨ ਗੁਣ ਕੇ। ਉਸੇ ਤਰ੍ਹਾਂ ਵਰਤਣ ਲੱਗੇ ਮਹਾਰਾਜ ਜੀ ਦੇ ਬਚਨਾਂ ਅਨੁਸਾਰ।
ਕਿਉ ਕਾਲੂ ਕੋ ਪਾ ਨਿਸਤਾਰੇ। ਕਿਉਂ ਭਾਈ ਕਾਲੂ ਜੀ ਦਾ ਪਾਰ ਉਤਾਰਾ ਹੋਇਆ। ਮਿਲੇ ਜੋ ਨਰ ਤੈ ਸੋਪ ਉਧਾਰੇ। ਮਿਲੇ ਉਹ ਵੀ ਉਧਰ ਗਏ। ਪਾਉ ਤਾਰ ਜੈ ਨਰ ਗੁਰ ਦਰਸੇ। ਪ੍ਰੇਮ ਸਹਿਤ ਆ ਕੇ ਜਿਹੜੇ ਗੁਰੂ ਕੇ ਦਰਸ਼ਨ ਕਰਦੇ ਹਨ। ਬਚਨ ਸੁਣੇ ਪਦ ਪੰਕਜ ਪਰਸੇ। ਸਾਹਿਬ ਦੇ ਬਚਨ ਸੁਣਦੇ ਤੇ ਚਰਨ ਪਰਸਦੇ ਨੇ। ਸੇ ਉਦਰੇ ਸੰਗ ਬ੍ਰਿੰਦੇ ਉਧਾਰੇ। ਉਧਰ ਜਾਂਦੇ ਤੇ ਆਪਣੇ ਸੰਗੀਆਂ ਨੂੰ ਵੀ ਤਾਰ ਲੈਂਦੇ ਹਨ। ਤਿਨ ਪਰ ਕਵ ਸਦੀਵ ਬਲਿਹਾਰੇ। ਮਹਾਕਵੀ ਜੀ ਨੇ ਪਿੱਛੇ ਮੰਗਲ ਵਿੱਚ ਵੀ ਕਿਹਾ ਵੀ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਜਿਹੜੇ ਸੰਸਾਰ ਤੋਂ ਤਰ ਗਏ ਨੇ, ਤੇ ਇੱਥੇ ਵੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਆਪ ਤਰੇ ਤੇ ਦੂਜਿਆਂ ਨੂੰ ਵੀ ਤਾਰ ਦਿੰਦੇ ਨੇ। ਉਹਨਾਂ ਤੋਂ ਮਹਾਕਵੀ ਜੀ ਕਹਿੰਦੇ ਮੈਂ ਸਦਾ ਹੀ ਬਲਿਹਾਰ ਜਾਂਦਾ ਹਾਂ, ਸਦਾ ਹੀ ਬਾਰੇ ਜਾਂਦਾ ਹਾਂ। ਸਤਿ ਸ੍ਰੀ ਅਕਾਲ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹੋ ਜਿਹੇ ਗੁਰਸਿੱਖਾਂ ਦਾ ਮੇਲਾ, ਗੁਰਸਿੱਖਾਂ ਦਾ ਸੰਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म ਅਬਨਾਸੀ ਅਗਨਾਸ हे पूरन हे सर्वमय ਦੁਖ ਭੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਜਾਂ ਕੇ ਸਦਾ ਬਬੇਕ हे अपरंपर हर हरे ਹੈ ਪੀਓ ਅਣਹਾਰ हे संत कै सदा ਨਿਧਾਰਾ ਆਧਾਰ हे ठाकुर हूँ दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈ ਐ ਪਰੋਏ आए प्रभु शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु जी का खालसा वाहिगुरु जी की फतेह। सच नानक होसी भी सच एक ओंकार सतनाम करता निर्भय निर्वैर अकाल मूर्त आदि सैभं गुरवचार्य जप आदि सच जुगाद सच है
वाहे गुरु जी वाहे गुरु श्री वहे गुरु दंडोत बंधन अनकवा सर्व कला समृद्ध डोलन ते रखो प्रभु डोलन ते राखो प्रभु नानक दे खर हथ हे प्राणनाथ गोविंद है कृपा निधान जगत गुरु संसार ताप हरने करुणा में सब दुख हरूं हे शरण जोग दयाले दीनानाथ मया करो शरीर स्वस्थ खीन समय सिमरंत नानक राम दामोदर माधवे निमाणिया के मान गुरु निताणिया के तान न्योटिया की ओट